मां तृप्ता जन्म देने वाले पिता जी, पिता कालू जी, होर बड़े सारे लोग इकट्ठे हो गए ने। माता पिता की इच्छा है कि गुरु नानक साहब हुण घर रहन, जिहड़े उदासियां वाले कपड़े पाए ने ये उतार देन। माता सुलखणी भी आ जाए, बच्चे भी आ जान, क्योंकि तकरीबन उदों तो लैके माता सुलखणी ते छोटे साहबजादे बाबा लक्ष्मी दास जी नानके रहिंदे ने। वड्डे साहबजादे बाबा श्री चंद जी सुल्तानपुर बेबे नानकी जी दे कोल रहिंदे ने। माता पिता की भावना है कि हुण परिवार इकट्ठा रहे। गुरु नानक साहब अगों गृहस्थ नूं घर दे काम धंधे नूं संभालन। इत्थे माता पिता ने बजुर्ग होने का वास्ता भी पाया, केवल वास्ता नहीं पाया, ये गल भी आखी है कि अब बिछड़ोगे मिलना कबे, जब के बिछरे मिल गए अबे। 12 साल बाद पहला मिले हो, अगर हुण फिर विछड़ गए तो फिर 10-12 साल लंघ जाणगे। मेला होहे कि बहुरो नाही, वेख पुत्र नानक, एक ही पता है असी 12 साल अगले जिउंदे रवांगे नहीं रवांगे, मुड़ मिलांगे नहीं मिलांगे। बिरध भय बल नह तन माही, शरीर भी निर्बल है। हुण शरीर विच शक्ति ताकत नहीं है, बजुर्ग हो गया। बैस बतीत गई मम सारी, जरा ग्रास लिए देह हमारी। उम्र बतीत हो गई है, बुढ़ेपे ने शरीर नूं ग्रस लिया। ग्रसन तो अर्थ हुंदा खा लेना, पकड़ लेना। इत्थे फिर सतगुरु जी ने मारू राग का शब्द उचारिया सी, और इथों तक ही आपां ने कल कथा सुनी सी कि बाबा मैं कर्महीन कुड़ियार, नाम न पाया तेरा, अंधा भरम भूला मन मेरा। परमात्मा जे मैं तेरा नाम नहीं पाया तो इहदा अर्थ है मेरा मन अंधा है, भुलिया होया है। मैं कूड़े कर्मां दे विच अपने जीवन नूं अजाई गवा लिया है। हाँ जी, सुन कालू तब तूषण कीनं, पुन जननी कहवै मन दीनं। पिता जी ने आख्या सी बुढ़ेपा आ गया है, उम्र बतीत हो गई है, मुड़ के मिलाप होवेगा नहीं होवेगा, इहदा पता कोई नहीं है। गुरु साहब ने अगों शब्द उचारिया, हुण गुरु नानक दे पिता महाराज दे जिहड़े पिता जी ने, पिता कालू जी, वो चुप कर गए भी हुण की बोला मैं। पुन जननी कह हवै मन दीनन। हुण मां तृप्ता ने बोलना शुरू किया है, बड़ी अधीनगी विच। मिन्नतां तरले ही सन कि शायद कोई मन मेर पवे नानक जी दे ते घर चलन। हाँ जी,
ਸੰਤ ਸੁਭਾਏ ਅਹੇ ਸੁਤ ਤੇਰਾ ਅਬ ਕੇ ਬਚਨ ਮਾਨੀਐ ਮੇਰਾ। ਆਖਿਆ ਪੁੱਤਰ ਅਸੀਂ ਮੰਨਦੇ ਹਾਂ ਤੇਰਾ ਸੰਤ ਸੁਭਾਅ ਹੈ, ਪਰ ਇੱਕ ਵਾਰੀ ਸਾਡਾ ਬੁੱਢਿਆਂ ਦਾ ਬਚਨ ਵੀ ਮੰਨ ਲੈ। ਅਸੀਂ ਤੇਰੇ ਮਾਤਾ ਪਿਤਾ ਹਾਂ, ਤੈਨੂੰ ਜਨਮ ਦਿੱਤਾ ਹੈ, ਸਾਡੇ ਵੀ ਕੋਈ ਹੱਕ ਹਕੂਕ ਨੇ, ਤੇ ਪੁੱਤਰ ਇੱਕ ਗੱਲ ਤੇ ਸਾਡੀ ਵੀ ਮੰਨ। ਸਦਨ ਬਿਖੇ ਕੋ ਦਿਨ ਚੱਲ ਰਹੀ ਐ ਗਮਨ ਕਰਨ ਕੋ ਹੱਠ ਨਹਿ ਗਹੀਐ। ਕੁਝ ਦਿਨ ਤੇ ਸਾਡੇ ਕੋਲ ਰਵੋ, ਚਲੇ ਜਾਣਾ ਫਿਰ, ਪਰ ਇੱਕੋ ਹੀ ਹੱਠ ਵੀ ਇੱਥੋਂ ਹੀ ਵਾਪਸ ਜਾਣਾ ਹੈ, ਘਰ ਨਹੀਂ ਜਾਣਾ। ਪੁੱਤਰ ਇਹ ਤੇ ਠੀਕ ਨਹੀਂ ਹੈਗਾ, ਇੰਨੀ ਗੱਲ ਤੇ ਸਾਡੀ ਮੰਨ ਲਓ। ਘਰ ਚੱਲੋ, ਕੁਝ ਦਿਨ ਰਵੋ, ਪਰ ਇੱਕੋ ਹੀ ਹੱਠ ਵੀ ਘਰ ਜਾਣਾ ਨਹੀਂ ਹੈ, ਇੱਥੇ ਰਹਿਣਾ ਨਹੀਂ ਹੈ, ਤੇ ਫਿਰ ਵਾਪਸ ਜਾਣਾ ਹੈ, ਇਹ ਠੀਕ ਨਹੀਂ। ਪੂਰਨ ਕਰ ਅਬਲਾਖ ਹਮਾਰੀ ਸਮਾਂ ਬਿਤਾਵੋ ਦ੍ਰਿਸ਼ਟ ਅਗਾਰੀ। ਇਸ ਕਰਕੇ ਪੁੱਤਰ ਸਾਡੀ ਬੜੀ ਅਧੀਨਗੀ ਵਿੱਚ ਇੱਕ ਬੇਨਤੀ ਹੈ ਕਿ ਕੁਝ ਸਮਾਂ ਪੁੱਤਰ ਸਾਡੇ ਕੋਲ ਵੀ ਰਹਿ, ਸਾਡੇ ਨਾਲ ਵੀ ਗੁਜ਼ਾਰ। ਅਸੀਂ ਚਾਹੁੰਦੇ ਹਾਂ ਸਮਾਂ ਬਿਤਾਵੋ ਦ੍ਰਿਸ਼ ਅਗਾਰੀ, ਸਾਡੀਆਂ ਅੱਖਾਂ ਦੇ ਸਾਹਮਣੇ। ਮੈਂ ਰੋਜ਼ ਬੇਨਤੀ ਕਰਦਾ ਕਿ ਮਾਂ ਬਾਪ ਦੀ ਜਿਹੜੀ ਇੱਛਾ ਉਹ ਇਹੋ ਹੀ ਹੈ। ਮਾਂ ਬਾਪ ਦੀ ਇੱਛਾ ਇਹ ਨਹੀਂ ਹੁੰਦੀ ਕਿ ਬੱਚਾ ਕਰੋੜਾਂ ਕਮਾ ਕੇ ਲਿਆਵੇ। ਕਰੋੜਾਂ ਕਮਾ ਕੇ ਲਿਆਉਣ ਲਈ ਇੱਛਾ ਤੁਹਾਡੀ ਘਰਵਾਲੀ ਦੀ ਹੋ ਸਕਦੀ ਹੈ, ਤੁਹਾਡੇ ਘਰ ਵਾਲੇ ਦੀ ਹੋ ਸਕਦੀ ਹੈ, ਤੁਹਾਡੇ ਬੱਚਿਆਂ ਦੀ ਵੀ ਹੋ ਸਕਦੀ ਹੈ ਵੀ ਮਾਂ ਪਿਓ ਕਮਾ ਕੇ ਲਿਆਉਣ, ਵਾਧੂ ਲਿਆਉਣ। ਪਰ ਮਾਂ ਪਿਓ ਦੀ ਇੱਛਾ ਇਸ ਤੋਂ ਬਿਲਕੁਲ ਉਲਟ ਹੈ। ਉਹ ਇਹ ਵੀ ਨਹੀਂ ਚਾਹੁੰਦੇ ਕਿ ਬੱਚੇ ਮਖੱਟੂ ਹੋਣ, ਪਰ ਉਹ ਇਹ ਵੀ ਨਹੀਂ ਚਾਹੁੰਦੇ ਵੀ ਉਹ ਛੱਡ ਕੇ ਦੇਸ਼ ਵਿਦੇਸ਼ ਹੀ ਚਲੇ ਜਾਣ। ਮਾਤਾ ਪਿਤਾ ਨੇ ਆਖਿਆ ਪੁੱਤਰ ਅਸੀਂ ਤੁਹਾਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਰਹੋ। ਤੁਜ ਬਿਲੋਕ ਮੈਂ ਨਹੀਂ ਅਕਾਈ ਬਿਸ਼ਰੇ ਹੀ ਸਭ ਬਹਿਸ ਬਿਤਾਈ। ਪੁੱਤਰ ਅਸੀਂ ਤੇ ਤੈਨੂੰ ਵੇਖ ਕੇ ਰੱਜੇ ਹੀ ਨਹੀਂ। ਮਾਂ ਉਹਨੂੰ ਕਹਿੰਦੇ ਨੇ ਜਿਹੜੀ ਬੱਚੇ ਦੇ ਸੌਣ ਤੋਂ ਪਹਿਲਾਂ ਬਿਸਤਰਾ ਵੇਖਦੀ ਹੈ ਤੇ ਬਿਸਤਰੇ ਤੇ ਸੁੱਤਾ ਪੁੱਤ ਵੇਖਦੀ ਹੈ। ਜਿਹੜੀ ਰਾਤ ਨੂੰ 2 ਵਾਰੀ ਸੁੱਤਿਆਂ ਤੁਹਾਨੂੰ ਵੇਖਣ ਆਵੇ, ਉਹ ਕਦੇ ਤੁਹਾਡੀ ਘਰ ਵਾਲੀ ਨਹੀਂ ਹੋ ਸਕਦੀ, ਉਹ ਮਾਂ ਹੈ। ਕਿ ਕੀ ਮੇਰੇ ਪੁੱਤਰ ਦੀ ਰਜਾਈ ਤਾਂ ਨਹੀਂ ਉਤਰ ਗਈ, ਉਹਦਾ ਕੰਬਲ ਤਾਂ ਨਹੀਂ ਥੱਲੇ ਡਿੱਗ ਪਿਆ, ਕਿਤੇ ਨੰਗਾ ਹੀ ਤਾਂ ਨਹੀਂ ਪਿਆ। ਇਹ ਮਮਤਾ ਮਾਂ ਦੀ ਝੋਲੀ ਵਿੱਚ ਆਈ ਹੈ। ਮਾਂ ਤ੍ਰਿਪਤਾ ਨੇ ਇਹ ਸ਼ਬਦ ਆਖੇ ਨੇ ਕਿ ਤੁਝ ਬਲੋਕ ਮੈਂ ਨਹੀਂ ਅਗਾਈ। ਅਗਾਉਣ ਦਾ ਅਰਥ ਹੁੰਦਾ ਰੱਜਣਾ। ਕਹਿੰਦੀ ਪੁੱਤ ਮੈਂ ਤੇ ਰੱਜੀ ਨਹੀਂ ਤੈਨੂੰ ਵੇਖ ਕੇ। ਬਿਸ਼ਰੇ ਹੀ ਸਭ ਬੈਸ ਬਤਾਈ, ਤੇ ਤੂੰ ਛੋਟਾ ਜਿਹਾ ਸਾਡੇ ਤੋਂ ਵਿਛੜੇ ਐ ਤੇ ਸਾਰੀ ਉਮਰ ਹੀ ਬੀਤ ਗਈ ਹੈ। 14 ਸਾਲਾਂ ਦੇ ਸੀ ਜਦੋਂ ਗੁਰੂ ਸਾਹਿਬ ਘਰੋਂ ਆਏ ਨੇ, ਕਿ ਸਾਰੀ ਉਮਰ ਹੀ ਪੁੱਤਰ ਤੈਨੂੰ ਬਾਹਰ ਰਹਿੰਦਿਆਂ ਗੁਜ਼ਰ ਗਈ ਹੈ। ਬ੍ਰਿਧ ਭਈ ਮਨ ਬਹੁ ਲਲਚਾਵਾ ਅਬ ਲਾਖ ਤਨਿਸ ਦਿਵਸ ਬਿਤਾਵਾ। ਪੁੱਤਰ ਜਿਵੇਂ ਜਿਵੇਂ ਸਰੀਰ ਬਜ਼ੁਰਗ ਹੁੰਦਾ ਹੈ ਤਿਵੇਂ ਤਿਵੇਂ ਮਨ ਲਲਚਾਉਂਦਾ ਹੈ ਕਿ ਤੂੰ ਮੇਰੇ ਕੋਲ ਰਵੇਂ, ਮੇਰੀਆਂ ਅੱਖਾਂ ਦੇ ਸਾਹਮਣੇ ਰਵੇਂ। ਅਬ ਲਾਖਤ ਨਿਸ ਦਿਵਸ ਬਿਤਾਵਾ। ਇਸ ਅਬਲਾਖਾ ਦੇ ਵਿੱਚ ਦਿਨ ਗੁਜ਼ਾਰਿਆ ਹੈ, ਇਸ ਅਬਲਾਖਾ ਦੇ ਵਿੱਚ ਰਾਤ ਗੁਜ਼ਾਰੀ ਹੈ। ਜਿੰਨੀ ਉਮਰ ਕੱਟੀ ਪੁੱਤ ਇਵੇਂ ਹੀ ਕੱਟੀ ਹੈ, ਉਡੀਕਦੇ ਹੀ ਕੱਟੀ ਹੈ ਤੈਨੂੰ ਕਿ ਤੂੰ ਕਦੋਂ ਆਵੇਂਗਾ ਤੇ ਕਦੋਂ ਸਾਡੇ ਕੋਲ ਆ ਕੇ ਤੂੰ ਰਵੇਂਗਾ। ਸੁਣ ਜਨਨੀ ਕੀ ਇਸ ਬਿਦ ਬਾਣੀ
ਦਇਆ ਧਾਰ ਸ਼੍ਰੀ ਨਾਨਕ ਮਾਨੀ। ਸੁਣ ਜਨਨੀ ਕੀ ਇਸ ਬਿਦ ਬਾਣੀ, ਦਇਆ ਧਾਰ ਸ਼੍ਰੀ ਨਾਨਕ ਮਾਨੀ। ਗੁਰੂ ਸਾਹਿਬ ਮੰਨ ਗਏ। ਮਾਂ ਦਾ ਤਰਲਾ ਕਹਿ ਲਓ, ਮਾਂ ਦੀ ਮਿੰਨਤ ਕਹਿ ਲਓ, ਜਾਂ ਮਾਂ ਦੀ ਉਹ ਜਿਹੜੀ ਅਧੀਨਗੀ ਵਾਲੀ, ਜਿਹੜੀ ਮਮਤਾ ਭਰੀ ਜਿਹੜੀ ਬੇਨਤੀ ਸੀ, ਉਹ ਪ੍ਰਵਾਨ ਹੋ ਗਈ। ਮੰਨ ਗਏ ਸਤਿਗੁਰੂ। ਕਹਿਣ ਲੱਗੇ ਚਲੋ ਘਰ ਚੱਲਦੇ ਆਪਾਂ। ਹਾਂਜੀ। ਤਹਿ ਤੇ ਉਠ ਗਮਣੇ ਤਿਨ ਸੰਗਾ, ਸਭ ਕੇ ਉਰ ਭਾ ਹਰਖ ਉਮੰਗਾ। ਸਾਰੇ ਹੀ ਬੜੇ ਖੁਸ਼ ਹੋਏ। ਜਿੰਨੇ ਖੂਹ ਤੇ ਇਕੱਠੇ ਹੋਏ ਸੀ ਲੋਕ, ਸਾਰੇ ਖੁਸ਼ ਹੋ ਗਏ। ਕਿਉਂਕਿ ਹਰ ਵਕਤ ਦੇ ਪ੍ਰਤੀ ਇੱਕ ਗੱਲ ਜ਼ਰੂਰ ਚੇਤਾ ਰੱਖਣੀ ਚਾਹੀਦੀ, ਜਿਹੜੀ ਕਈ ਵਾਰੀ ਸਾਡੀ ਅਪਰੋਚ ਠੀਕ ਨਹੀਂ ਹੁੰਦੀ। ਅਸੀਂ ਕਿਸੇ ਨੂੰ ਗੱਲ ਮਨਾਉਣੀ ਹੋਵੇ ਨਾ, ਅਸੀਂ ਸਾਰੀ ਗੱਲ ਤੇ ਹੀ ਅੜ ਜਾਂਦੇ ਹਾਂ। ਪਰ ਸਿਆਣੇ ਜਿਹੜੇ ਹੁੰਦੇ ਨੇ ਉਹ ਸਾਰੀ ਗੱਲ ਸ਼ੁਰੂ ਹੀ ਨਹੀਂ ਕਰਦੇ, ਉਹ ਥੋੜ੍ਹੀ ਜਿਹੀ ਕਰਦੇ ਨੇ। ਹੁਣ ਜਿਵੇਂ ਇਹ ਸੀ ਵੀ ਚਲੋ ਪੁੱਤ ਇੱਕ ਵਾਰੀ ਤੇ ਘਰ ਚੱਲ, ਇਹਦਾ ਮਤਲਬ ਵੀ ਅਗਲੀ ਗੱਲ ਫਿਰ ਸ਼ੁਰੂ ਕਰ ਲਾਂਗੇ, ਬਜਾਏ ਕਿ ਜੇ ਘਰ ਜਾਣਾ ਹੀ ਤੇ ਮੁੜ ਕੇ ਤੈਨੂੰ ਅਸੀਂ ਜਾਣ ਨਹੀਂ ਉਹ ਦੇਣਾ। ਉਹ ਕਹਿੰਦਾ ਚੰਗਾ ਫਿਰ ਮੈਂ ਜਾਂਦਾ ਹੀ ਨਹੀਂ। ਸਾਡੀ ਇਹ ਇੱਦਾਂ ਦੀ ਜਿਹੜੀ ਬਿਰਤੀ ਹੈ, ਅਪਰੋਚ ਹੈ, ਇਸੇ ਕਰਕੇ ਬੱਚੇ ਬਹੁਤ ਸਾਰੇ ਆਪਣੇ ਵੀ ਸਾਡੇ ਤੋਂ ਟੁੱਟ ਜਾਂਦੇ ਨੇ। ਅਸੀਂ ਹਰ ਗੱਲ ਦੇ ਪ੍ਰਤੀ ਅਸੀਂ ਚਾਹੁੰਦੇ ਵੀ ਨਹੀਂ ਹੁਣੇ ਹੀ ਸਾਰਾ ਬਸ ਲਿਖਾ ਪੜ੍ਹੀ ਹੋ ਜਾਣੀ ਚਾਹੀਦੀ ਹੈ, ਸਭ ਫੈਸਲੇ ਇੱਥੇ ਹੀ ਹੋ ਜਾਣੇ ਚਾਹੀਦੇ ਨੇ। ਨਹੀਂ, ਇੱਕ ਵਕਤ ਹੁੰਦਾ ਹੈ, ਅਗਰ ਉਸ ਵਕਤ ਨੂੰ ਤੁਸੀਂ ਲੰਘਾ ਦਿਓਗੇ ਤੇ ਅਗਲੀ ਮੂਮੈਂਟ ਫੈਸਲਾ ਕਰਨ ਵਾਲੇ ਬੰਦੇ ਦੇ ਮਨ ਦੀ ਆਪਣੀ ਅਵਸਥਾ ਉਹ ਨਹੀਂ ਰਹਿੰਦੀ। ਹੁਣ ਵੇਖੋ ਨਾ, ਜਦੋਂ ਬੰਦਾ ਗੁੱਸੇ 'ਚ ਉਦੋਂ ਕਹਿੰਦਾ ਨਹੀਂ ਮੈਂ ਨਹੀਂ ਕਰ ਰਹਿਣਾ, ਮੈਂ ਚੱਲਿਆ। ਤੁਸੀਂ ਉਹਨੂੰ ਗੱਲੀ ਬਾਤੀ ਲਾਓ, ਪਾਣੀ ਪੂਣੀ ਪਿਆਓ, ਉਹਨੂੰ ਵਰਚਾਓ, ਅੱਧੇ ਘੰਟੇ ਬਾਅਦ ਉਹਨੂੰ ਕਹੋ ਵੀ ਤੇਰੇ ਕੱਪੜੇ ਪਾਤੇ ਟੈਚੀ 'ਚ, ਹੁਣ ਤੂੰ ਚੱਲ ਹੁਣ। ਉਹ ਖੁਦ ਪਰੇਸ਼ਾਨ ਹੋ ਜਾਏਗਾ ਵੀ ਇਹ ਮੇਰੇ ਨਾਲ ਬਣਿਆ ਕੀ ਹੈ, ਕਿਉਂਕਿ ਗੁੱਸੇ 'ਚ ਜਾ ਰਿਹਾ ਸੀ। ਉਹ ਮਰਜ਼ੀ ਨਾਲ ਨਹੀਂ ਸੀ ਜਾ ਰਿਹਾ, ਅਕਲ ਨਾਲ ਨਹੀਂ ਸੀ ਜਾ ਰਿਹਾ। ਹੁਣ ਗੁੱਸਾ ਅੱਧੇ ਘੰਟੇ 'ਚ ਮੁੱਕ ਗਿਆ। ਹੁਣ ਉਹਨੂੰ ਕਹੋ ਵੀ ਤੇਰੇ ਕੱਪੜੇ ਪਾਤੇ ਨੇ, ਚੱਲ ਬਈ। ਹੁਣ ਆਪ ਹੀ ਕਹੇਗਾ ਵੀ ਮੇਰੇ ਤੋਂ ਗਲਤੀ ਹੋ ਗਈ, ਹੁਣ ਮੈਨੂੰ ਸਜ਼ਾ ਦੇਣੀ ਜੇ, ਹੁਣ ਤੁਸੀਂ ਸਾਰੇ ਮੈਨੂੰ ਕਹਿੰਦੇ ਚੱਲ ਤੈਨੂੰ ਅੱਡੇ 'ਤੇ ਛੱਡ ਕੇ ਆਉਨੇ ਅਸੀਂ। ਇਸ ਕਰਕੇ ਉਸ ਵਕਤ ਨੂੰ ਟਾਲਣ ਦੀ ਲੋੜ ਹੈ। ਉਹ ਘੜੀ ਜਿਹੜੀ ਹੁੰਦੀ ਹੈ, ਮਾਂ ਤ੍ਰਿਪਤਾ ਨੇ ਇਸ ਤਰੀਕੇ ਨਾਲ ਗੱਲ ਕੀਤੀ, ਸਤਿਗੁਰੂ ਮੰਨ ਗਏ, ਸਾਰੇ ਖੁਸ਼ ਹੋ ਗਏ। ਸਾਰਿਆਂ ਨੂੰ ਹੁਣ ਇਹ ਲੱਗਿਆ ਵੀ ਨਹੀਂ ਹੁਣ ਇਹ ਚਲੇ ਜਾਣਗੇ, ਮੁੜ ਕੇ ਕਿੰਨੇ ਜਾਣਾ ਹੈ। ਅੱਜ ਹਾਲਾਤ ਕੁਝ ਨੇ, ਕੱਲ ਹੋਰ ਹੋਣਗੇ, ਪਰਸੋਂ ਹੋਰ ਹੋ ਜਾਣਗੇ। ਹਾਂਜੀ। ਆਨ ਸਦਨ ਮਹਿ ਪ੍ਰਭੂ ਸੁਹਾਏ, ਸੁਣ ਕੇ ਲੋਕ ਮਿਲਣ ਬਹੁ ਆਏ। ਸਤਿਗੁਰੂ ਜੀ ਘਰ ਆ ਗਏ। ਘਰ ਆ ਕੇ ਪਲੰਘ ਦੇ ਉੱਪਰ ਬਿਰਾਜੇ ਨੇ। ਜਿਸ ਜਿਸ ਵਿਅਕਤੀ ਨੇ ਵੀ ਸੁਣਿਆ ਉਹ ਦੌੜ ਕੇ ਮਿਲਣ ਆਇਆ। ਉਹਨੇ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਪਰਸੇ ਨੇ। ਬੰਧਨ ਕਰੈ ਜੋਰ ਦਵੈ ਪਾਨਾ, ਜਥਾ ਜੋਗ ਸਭ ਕੋ ਸਨਮਾਨਾ। ਹਰ ਆਏ ਵਿਅਕਤੀ ਨੇ ਦੋ ਹੱਥ ਜੋੜੇ ਨੇ। ਹਰ ਆਏ ਵਿਅਕਤੀ ਨੇ ਨਮਸਕਾਰ ਕੀਤੀ ਹੈ। ਸਤਿਗੁਰੂ ਨੇ ਵੀ ਉਹਨਾਂ ਦਾ ਸਨਮਾਨ ਕੀਤਾ। ਸਤਿਗੁਰੂ ਨੇ ਉਹਨਾਂ ਦੀ ਸਭ ਦੀ ਇੱਜ਼ਤ ਕੀਤੀ ਹੈ, ਜਿਹੜੇ ਗੁਰੂ ਦੇ ਦਰਸ਼ਨ ਕਰਨ ਆਏ ਨੇ, ਜਿਨ੍ਹਾਂ ਨੇ ਆ ਕੇ ਗੁਰੂ ਜੀ ਦੇ ਚਰਨ ਪਰਸੇ ਨੇ। ਹਾਂਜੀ। ਕਾਲੂ ਕੇ ਠਾ ਕਾਮ ਕੋ, ਗਇਓ ਸੁਣਿਓ ਤਹਿ ਠਾਏ। ਸਤਿਗੁਰੂ ਜੀ ਦੇ ਚਾਚਾ ਜੀ, ਜਿਵੇਂ ਪਿਤਾ ਜੀ ਦਾ ਨਾਂ ਕਾਲੂ ਜੀ ਹੈ, ਪਿਤਾ ਜੀ ਤੋਂ ਜਿਹੜੇ ਛੋਟੇ ਸੀ, ਪਿਤਾ ਕਾਲੂ ਜੀ ਦੇ ਭਰਾ, ਉਹਨਾਂ ਦਾ ਨਾਂ ਇਤਿਹਾਸ ਵਿੱਚ ਲਾਲੂ ਜੀ ਆਉਂਦਾ ਹੈ। ਹਾਲਾਂਕਿ ਪਿਤਾ ਕਾਲੂ ਜੀ ਦਾ ਪੂਰਾ ਨਾਂ ਵੀ ਆਉਂਦਾ ਹੈ ਕਲਿਆਣ ਦਾਸ, ਪਰ ਚਾਚੇ ਲਾਲੂ ਦਾ ਪੂਰਾ ਨਾਂ ਨਹੀਂ ਆਉਂਦਾ। ਜਦ ਸ਼ਾਇਦ ਮੇਰੇ ਪੜ੍ਹਨ ਵਿੱਚ ਕਿਤੇ ਨਹੀਂ ਆਇਆ। ਤੋ ਚਾਚਾ ਲਾਲੂ ਜੀ ਕਿਤੇ ਕੰਮ ਗਏ ਸਨ। ਹੁਣ ਜਦੋਂ ਉਹ ਵਾਪਸ ਆਏ
ਤੇ ਉਹਨਾਂ ਵੇਖਿਆ ਵੀ ਘਰ ਤੇ ਖੁਸ਼ੀਆਂ ਨਾਲ ਭਰਿਆ ਹੋਇਆ ਹੈ, ਪੁੱਤਰ ਨਾਨਕ ਘਰ ਆਇਆ ਹੈ। ਦੇਖੋ ਜਦੋਂ ਸਾਡੀਆਂ ਆਪਸ ਵਿੱਚ ਸਾਂਝਾਂ ਹੁੰਦੀਆਂ ਨੇ ਨਾ ਭਰਾਵਾਂ ਦੀਆਂ, ਉਦੋਂ ਬੱਚਿਆਂ ਵਿੱਚ ਕੋਈ ਫਰਕ ਨਹੀਂ ਹੁੰਦਾ, ਘਰ ਵਿੱਚ ਵੀ ਕੋਈ ਫਰਕ ਨਹੀਂ ਹੁੰਦਾ, ਉੱਠਣ ਬੈਠਣ ਖਾਣ ਪੀਣ ਵਿੱਚ ਵੀ ਕੋਈ ਫਰਕ ਨਹੀਂ ਹੁੰਦਾ। ਪਰ ਜਦੋਂ ਵੰਡੀਆਂ ਪੈ ਜਾਂਦੀਆਂ ਨੇ ਉਦੋਂ ਬੜੇ ਵੱਡੇ ਫਰਕ ਨਿਕਲ ਆਉਂਦੇ ਆ। ਜਦੋਂ ਵੰਡੀਆਂ ਪੈ ਜਾਂਦੀਆਂ ਨੇ, ਜਦੋਂ ਸ਼ਰੀਕਾ ਪੈਦਾ ਹੋ ਜਾਂਦਾ ਹੈ, ਉਦੋਂ ਇਹੀ ਚੀਜ਼ਾਂ ਦੁਸ਼ਵਾਰੀਆਂ ਬਣ ਜਾਂਦੀਆਂ ਨੇ। ਪਿਤਾ ਕਾਲੂ ਜੀ ਬੜੇ ਹੀ ਪ੍ਰਸੰਨ, ਚਾਚਾ ਲਾਲੂ ਜੀ ਜਿਹੜੇ ਨੇ ਉਹ ਬੜੇ ਪ੍ਰਸੰਨ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਨਾਨਕ ਜੀ ਘਰ ਆਏ ਨੇ। ਲਾਲੂ ਕੇ ਠਾ ਕਾਮ ਕੋ ਗਇਓ ਸੁਣਿਓ ਤੇ ਠਾਏ, ਉਹਨਾਂ ਨੂੰ ਰਸਤੇ ਵਿੱਚ ਆਉਂਦੇ ਹੀ ਖਬਰ ਮਿਲੀ ਹੈ। ਹਾਂਜੀ, ਰਸਾ ਪਾਦ ਤੂਰਨ ਤਰੇ ਮੇਲਿਓ ਆਣ ਬਹੁ ਪਾਏ। ਫਿਰ ਕੀ ਸੀ? ਫਿਰ ਸਫ਼ਰ ਜਿਹੜਾ ਸੀ ਉਹ ਛੇਤੀ ਮੁੱਕ ਗਿਆ, ਕਦਮ ਜਿਹੜੇ ਸੀ ਵੱਡੇ ਪੁੱਟਣੇ ਸ਼ੁਰੂ ਕਰ ਦਿੱਤੇ, ਜਿਹੜਾ ਪਦ ਸੀ ਉਹ ਛੇਤੀ ਉਲੰਘਣਾ ਸ਼ੁਰੂ ਕਰ ਦਿੱਤਾ। ਜਲਦੀ ਨਾਲ ਚਾਚਾ ਲਾਲੂ ਜੀ ਘਰ ਪਹੁੰਚਦੇ ਨੇ। ਹਾਂਜੀ, ਪੀਰ ਪੂਰਪੀ ਅਜਰਮ ਜਾਰੀ ਦਰਸ਼ਨ ਹਿਤ ਆਵੇ ਨਰ ਨਾਰੀ। ਪਿਤਾ ਕਾਲੂ ਜੀ ਦਾ ਆਂਗਣ ਜਿਹੜਾ ਸੀ, ਵਿਹੜਾ ਜਿਹੜਾ ਸੀ, ਭਰਿਆ ਹੋਇਆ ਸੀ, ਭੀੜ ਹੀ ਭੀੜ ਸੀ। ਕੋਈ ਆ ਰਿਹਾ ਸੀ, ਕੋਈ ਜਾ ਰਿਹਾ ਸੀ, ਕੋਈ ਖਲੋਤਾ ਸੀ। ਸਭ ਲੋਕ ਦਰਸ਼ਨ ਪਰਸ ਰਹੇ ਸਨ। ਹਾਂਜੀ, ਕੁਸ਼ਲ ਪ੍ਰਸ਼ਨ ਕੀਨੋ ਸਭ ਤਾਈ ਬੈਠਾ ਰੇ ਕੈ ਸ਼੍ਰੀ ਜਗ ਸਾਈ। ਸਤਿਗੁਰੂ ਸਭ ਨੂੰ ਕੁਸ਼ਲ ਪ੍ਰਸ਼ਨ ਪੁੱਛਦੇ ਨੇ ਵੀ ਪਰਿਵਾਰ ਠੀਕ ਹੈ। ਕੁਸ਼ਲ ਪ੍ਰਸ਼ਨ ਪੁੱਛ ਕਹਿ ਦਿਓ ਜਾਂ ਪਰਿਵਾਰ ਦੀ ਸੁੱਖ ਸਾਂਦ ਕਹਿ ਦਿਓ, ਅਰਥ ਇੱਕੋ ਹੀ ਨੇ। ਕੁਸ਼ਲਤਾ ਪੁੱਛਦੇ ਨੇ, ਸਭ ਠੀਕ ਹੈ। ਇਸੇ ਤਰ੍ਹਾਂ ਸਭ ਦਾ ਸਨਮਾਨ ਵੀ ਕਰਦੇ ਨੇ, ਸਭ ਦੇ ਘਰ ਪਰਿਵਾਰ ਬਾਰੇ ਵੀ ਪੁੱਛਦੇ ਨੇ। ਹਾਂਜੀ, ਪ੍ਰੋਹਤ ਰਾਏ ਜੇ ਆਦ ਮੁਲਾਨਾ ਤਾਂ ਪਰ ਲੋਕ ਸੁਨਰਨ ਬਖਾਨਾ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਵੀ ਆਪਾਂ ਸ਼ਹਿਰਾਂ 'ਚ ਪੁੱਛਦੇ ਆਂ ਵੀ ਕਾਰੋਬਾਰ ਠੀਕ ਹੈ, ਹੁਣ ਪਿੰਡਾਂ 'ਚ ਕਾਰੋਬਾਰ ਤੇ ਹੁੰਦਾ ਨਹੀਂ, ਉੱਥੇ ਫਿਰ ਇਹ ਵੀ ਪੁੱਛਣਾ ਪੈਂਦਾ ਵੀ ਮਾਲ ਡੰਗਰ ਠੀਕ ਹੈ। ਹੁਣ ਜਿਹੜਾ ਆਦਮੀ ਮੱਝ ਦਾ ਦੁੱਧ ਵੇਚ ਕੇ ਰੋਟੀ ਖਾਂਦਾ ਹੈ ਨਾ, ਉਹਦੀ ਮੱਝ ਨਹੀਂ ਹੈ, ਉਹਦੀ ਮੱਝ ਹੀ ਇੰਡਸਟਰੀ ਹੈ, ਉਹਦੀ ਮੱਝ ਹੀ ਫੈਕਟਰੀ ਹੈ, ਉਹਦੀ ਮੱਝ ਹੀ ਉਹਦਾ ਕਾਰਖਾਨਾ ਹੈ, ਉਹਦੀ ਮੱਝ ਹੀ ਉਹਦਾ ਕਾਰੋਬਾਰ ਹੈ। ਹੁਣ ਮੈਂ ਤੇ ਪਿੰਡਾਂ ਥਾਵਾਂ 'ਚ ਵੇਖਿਆ ਕਿਸੇ ਦੀ ਮੱਝ ਬਿਮਾਰ ਹੋ ਜੇ, ਕੋਈ ਨਾ ਪਤਾ ਲੈਣ ਜਾਏ ਨਾ, ਅਗਲੇ ਬਾਪੂ ਬਿਮਾਰ ਜਿੰਨਾ ਗੁੱਸਾ ਕਰਦੇ ਨੇ ਵੀ ਸਾਡੀ ਮੱਝ ਨੇ ਕਈ ਦਿਨ ਪੱਠੇ ਨਹੀਂ ਖਾਧੇ ਤੇ ਇਹਨਾਂ ਨੇ ਤੇ ਜੀ ਪੁੱਛਿਆ ਵੀ ਨਹੀਂ ਸਾਨੂੰ। ਹੁਣ ਤੁਸੀਂ ਕਹੋਗੇ ਮੱਝ ਨੇ ਪੱਠੇ ਨਹੀਂ ਖਾਧੇ ਤੇ ਤਾਂ ਕੀ ਹੋ ਗਿਆ? ਵੀ ਕੱਲੀ ਮੱਝ ਨਹੀਂ ਹੈ ਉਹ ਉਹਨਾਂ ਦੇ ਘਰ ਦੀ ਰੋਟੀ ਰੋਜੀ ਵੀ ਹੈ। ਸਾਰਾ ਘਰ ਉਸ ਮੱਝ ਦੇ ਸਿਰ ਤੇ ਚੱਲਦਾ ਹੈ, ਤੇ ਜਿਹਦੇ ਸਿਰ ਤੇ ਘਰ ਚੱਲਦਾ ਹੋਵੇ, ਅਗਰ ਉਹ ਚੀਜ਼ ਠੀਕ ਨਾ ਹੋਵੇ ਤਾਂ ਫਿਰ ਉਸ ਘਰ ਵਾਲਿਆਂ ਨੂੰ ਹੀ ਪੁੱਛਿਆ ਜਾ ਸਕਦਾ ਕਿ ਉਹ ਮਨੁੱਖ ਉਸ ਦੁੱਖ ਨੂੰ ਕਿੰਨਾ ਕੁ ਵੱਡਾ ਦੁੱਖ ਕਰਕੇ ਸਮਝਦਾ ਹੋਏਗਾ। ਇਸ ਕਰਕੇ ਸਤਿਗੁਰੂ ਸਭ ਦੀ ਕੁਸ਼ਲਤਾ ਪ੍ਰਸੰਨਤਾ ਪੁੱਛਦੇ ਨੇ। ਹਾਂਜੀ, ਪ੍ਰੋਹਤ ਰਾਏ ਜੇ ਆਦ ਮੁਲਾਨਾ ਤਾਂ ਪਰ ਲੋਕ ਸੁਨਰਨ ਬਖਾਨਾ। ਪ੍ਰੋਹਤ ਰਾਏ ਜੇ ਆਦ ਮੁਲਾਨਾ, ਪੰਡਤ ਹਰਦਿਆਲ ਤੋਂ ਲੈ ਕੇ ਚੌਧਰੀ ਰਾਏ ਬੁਲਾਰ ਤੋਂ ਲੈ ਕੇ ਤੇ ਪੜ੍ਹਾਉਣ ਵਾਲੇ ਪਾਂਧੇ ਤੇ ਮੁਲਾਣੇ ਤੱਕ ਜਿਨ੍ਹਾਂ ਦਾ ਸਤਿਗੁਰੂ ਜੀ ਨਾਲ ਸੰਬੰਧ ਸੀ। ਪ੍ਰੋਹਤ ਰਾਏ ਜੇ ਆਦ ਮੁਲਾਨਾ ਤਾਂ ਪਰ ਲੋਕ ਸੋ ਨਰਨ ਬਖਾਨਾ। ਤੇ ਲੋਕਾਂ ਨੇ ਦੱਸ ਦਿੱਤਾ ਕਿ ਮਹਾਰਾਜ ਇੰਨੇ ਬੰਦੇ ਤੁਹਾਡੇ ਬਾਅਦ ਦੁਨੀਆ ਤੋਂ ਚਲੇ ਗਏ, ਉਹਨਾਂ ਵਿੱਚ ਚੌਧਰੀ ਰਾਏ ਬੁਲਾਰ ਵੀ ਚਲਾ ਗਿਆ, ਜਿਹੜਾ ਤੁਹਾਨੂੰ ਮਲਾਣਾ ਫਾਰਸੀ ਪੜ੍ਹਾਉਂਦਾ ਸੀ ਉਹ ਵੀ ਚਲਾ ਗਿਆ, ਜਿਹੜੇ ਪੰਡਤ ਹਰਦਿਆਲ ਨੇ ਤੁਹਾਡੇ ਧਰਮ ਕਰਮ ਕੀਤੇ ਨੇ ਉਹ ਵੀ ਚਲਾ ਗਿਆ।
ਹਾਂਜੀ। ਸੁਨ ਸ਼੍ਰੀ ਨਾਨਕ ਬਚਨ ਉਚਾਰਾ, ਮਿਥਿਆ ਇਹ ਪਰਪੰਚ ਪਸਾਰਾ। ਸਤਿਗੁਰੂ ਕਹਿਣ ਲੱਗੇ ਭਾਈ ਇਹ ਸੰਸਾਰ ਮਿਥਿਆ ਹੈ, ਇਹ ਝੂਠਾ ਪਰਪੰਚ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਇਹ ਜਿਉਂਦੇ ਹੋਣਾ ਬਹੁਤ ਵੱਡੀ ਗੱਲ ਹੈ, ਪਰ ਕਿਸੇ ਦਾ ਮਰ ਜਾਣਾ ਇਹ ਕੋਈ ਵੱਡੀ ਗੱਲ ਨਹੀਂ ਹੈ। ਕਿਸੇ ਦਾ ਜਿਉਂਦੇ ਹੋਣਾ ਬਹੁਤ ਵੱਡੀ ਗੱਲ ਹੈ। ਜਦੋਂ ਅਸੀਂ ਪੁੱਛਦੇ ਹਾਂ ਵੀ ਭਾਈ ਉਹ ਅਮਕਾ ਆਦਮੀ ਹੈਗਾ, ਤੇ ਉਹ ਸੁਣਨ ਵਾਲਾ ਕਹਿੰਦਾ ਜੀ ਹੈਗਾ, ਫਿਰ ਅਸੀਂ ਅਗਲੀ ਗੱਲ ਕਹਿੰਦੇ ਵੀ ਕਿੰਨੀ ਕੁ ਉਮਰ ਹੋਏਗੀ ਉਹਦੀ, ਉਹ ਕਹਿੰਦਾ ਜੀ ਹੋਏਗੀ 100 ਸਾਲ ਦੇ ਲਾਗੇ। ਫਿਰ ਆਪਾਂ ਕਹਿੰਦੇ ਬੱਲੇ 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 ਬੜੀ ਉਮਰ ਹੈ ਭਾਈ। ਅੱਛਾ ਉਹਦਾ ਠੀਕ ਠਾਕ ਹੈ? ਕਹਿੰਦਾ ਹਾਂ ਬਿਲਕੁਲ ਠੀਕ ਠਾਕ ਹੈ, ਤੁਰਿਆ ਫਿਰਦਾ ਹੈ, ਆਪੇ ਨਹਾਉਂਦਾ ਧੋਂਦਾ, ਕੱਪੜੇ ਪਾਉਂਦਾ, ਕੰਮ ਕਰਦਾ। ਫਰਿਜਨੋ ਦੇ ਲਾਗੇ ਇੱਕ ਆਦਮੀ 100 ਸਾਲ ਤੋਂ ਉੱਪਰ ਹੈ, ਖੇਤਾਂ ਦਾ ਪੂਰੇ ਕੰਮ ਕਰਦਾ, ਪਾਣੀ ਵੀ ਲਾਉਂਦਾ। ਵੈਨਕੂਵਰ ਹੈਗਾ ਬਜ਼ੁਰਗ, 100 ਸਾਲ ਦੇ ਲਾਗੇ ਹੈ, ਮੇਰੇ ਖਿਆਲ 97 ਸਾਲ ਉਮਰ ਹੋਣੀ ਉਹਦੀ। ਉਹ ਕਾਰ ਚਲਾ ਕੇ ਖੁਦ ਫੈਕਟਰੀ ਆਉਂਦਾ, ਉਹਦਾ ਨਾਂ ਆਸਾ ਸਿੰਘ ਹੈ। ਭਲੇ ਸਮੇਂ ਦਾ ਉਹ ਫੈਕਟਰੀ ਦਾ ਮਾਲਕ ਹੈ, ਭਲੇ ਸਮੇਂ ਦਾ, ਅੱਜ ਤੋਂ ਮਤਲਬ 50-60 ਸਾਲ ਪਿੱਛੇ ਜਾਈਏ ਤਾਂ ਉਦੋਂ ਫੈਕਟਰੀਆਂ ਸੀ ਉਹਦੀਆਂ। ਕਿੰਨਾ ਕੁ ਅਮੀਰ ਆਦਮੀ ਹੋਏਗਾ। ਹੁਣ ਜਿਉਂਦੇ ਹੋਣਾ ਬਹੁਤ ਵੱਡੀ ਗੱਲ ਹੈ। ਜਦੋਂ ਸਤਿਗੁਰਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਚੌਧਰੀ ਰਾਏ ਸਾਹਿਬ ਵੀ ਚਲੇ ਗਏ, ਪੰਡਤ ਹਰਦਿਆਲ ਜੀ ਵੀ ਚਲੇ ਗਏ, ਤਾਂ ਸਤਿਗੁਰਾਂ ਨੇ ਬਚਨ ਆਖੇ ਭਾਈ ਇਹ ਤਾਂ ਝੂਠਾ ਪ੍ਰਪੰਚ ਹੈ, ਇਹ ਤਾਂ ਮਿਥਿਆ ਸੰਸਾਰ ਹੈ। ਹਾਂਜੀ। ਬਿਨਸ ਜਾਤ ਇਹ ਬਾਹਰ ਨ ਲਾਗੈ, ਜਾਂ ਤਹਿ ਸਤ ਨਾਮ ਅਨਰਾਗੈ। ਇਹ ਬਿਨਸ ਜਾਣਾ ਇਹ ਕੋਈ ਵੱਡੀ ਗੱਲ ਨਹੀਂ ਹੈ। ਬਿਨਸਦਿਆਂ ਕਦੇ ਸਮਾਂ ਨਹੀਂ ਲੱਗਦਾ। ਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ਦੀ ਅੱਜ ਕੱਲ੍ਹ ਕਥਾ ਸ਼ੁਰੂ ਹੋਈ ਹੈ, ਉਹਦੇ ਵਿੱਚ ਆਪਾਂ ਮੰਨਦੇ ਵੀ ਹਾਂ ਵੀ ਬਹੁਤੀ ਬਾਣੀ ਵਿਰਾਗਮਈ ਬਾਣੀ ਹੈ। ਉੱਥੇ ਬੰਦੇ ਨੂੰ ਇਹ ਵੀ ਸਮਝਾਇਆ ਵੀ ਔਰੇ ਸਮ ਗਾਤ ਹੈ। ਗਾਤ ਕਹਿੰਦੇ ਨੇ ਗੱਤ, ਤੇ ਔਰਾ ਕਹਿੰਦੇ ਨੇ ਔਲਾ ਗੜਾ। ਜਦੋਂ ਮੀਂਹ ਪੈਂਦਾ ਹੈ ਨਾ, ਕਈ ਵਾਰੀ ਆਪਾਂ ਕਹਿੰਦੇ ਵੀ ਉਹ ਬਰਫ਼ ਡਿੱਗਣੀ ਸ਼ੁਰੂ ਹੋ ਗਈ, ਉਹ ਗੜੇ ਹੁੰਦੇ ਨੇ, ਔਲੇ ਕਹਿ ਦਿੰਦੇ ਨੇ ਹਿੰਦੀ 'ਚ, ਅਸੀਂ ਪੰਜਾਬੀ 'ਚ ਉਹਨਾਂ ਨੂੰ ਗੜੇ ਕਹਿ ਦਿੰਦੇ ਹਾਂ। ਤੇ ਸ਼ੇਖੂਪੁਰੇ 'ਚ ਉਹਨੂੰ ਚੰਦਰੇ ਵੀ ਕਹਿੰਦੇ ਸੀ। ਸਾਡੇ ਬਜ਼ੁਰਗ ਉਹਨਾਂ ਨੂੰ ਚੰਦਰੇ ਹੀ ਕਹਿੰਦੇ ਹੁੰਦੇ ਸੀ, ਵੀ ਇਹਨਾਂ ਨੁਕਸਾਨ ਹੀ ਕਰਨਾ ਚੰਦਰਾ, ਇਸ ਕਰਕੇ ਕਹਿੰਦੇ ਸੀ। ਚੰਦਰੇ ਤੋਂ ਭਾਵ ਇਹ ਨਹੀਂ ਵੀ ਉਹ ਚੰਦਰਮਾ ਵਰਗੇ ਸੋਹਣੇ ਨੇ, ਇਸ ਕਰਕੇ ਨਹੀਂ। ਚੰਦਰੇ ਤੋਂ ਭਾਵ ਹੈ ਵੀ ਹੈ ਹੀ ਭੈੜੇ ਨੇ। ਔਰ ਇਹ ਵੀ ਹੈਗਾ, ਇਹ ਨਾਂ ਵੀ ਹੈਗਾ, ਕਹਿੰਦੇ ਬਾਹਰ ਤੇ ਭੈੜੇ ਡਿੱਗੀ ਜਾਂਦੇ ਨੇ। ਕਿਉਂਕਿ ਗੜੇ ਜਦੋਂ ਵੀ ਪੈਂਦੇ ਨੇ ਉਹ ਨੁਕਸਾਨ ਕਰਦੇ ਨੇ, ਵਿਨਾਸ਼ ਕਰਦੇ ਨੇ। ਤੇ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਬੰਦੇ ਦੀ ਤਾਂ ਹਾਲਤ ਹੀ ਗੜੇ ਵਰਗੀ ਹੈ, ਉਹਦੀ ਬੁਨਿਆਦ ਕੋਈ ਨਹੀਂ ਹੁੰਦੀ, ਉਹਦੀ ਬੁਨਿਆਦ ਵੀ ਕੋਈ ਨਹੀਂ ਹੁੰਦੀ, ਉਹਦੀ ਟਾਈਮ ਲਿਮਿਟ ਕੋਈ ਨਹੀਂ ਹੈ। ਬਸ ਥੋੜੇ ਜਿਹੇ ਚਿਰ ਬਾਅਦ ਜਾਓਗੇ, ਉਹ ਹੋਏਗਾ ਹੀ ਨਹੀਂ ਉੱਥੇ, ਉਹ ਪਾਣੀ ਬਣ ਕੇ ਖੁਰ ਗਿਆ ਹੋਏਗਾ। ਹਾਂਜੀ। ਸੁਪਨ ਸਮਾਨ ਰਹਿਨ ਜਗ ਮਾਹੀ, ਤਜੈ ਮੋਹ ਇਸ ਥਿਰ ਕਛ ਨਾਹੀ। ਇਹ ਜਗਤ ਸੁਪਨੇ ਵਰਗਾ ਹੈ। ਇਹ ਸੁਪਨ ਸਮਾਨ ਰਹਿਣ ਜਗ ਮਾਹੀ। ਜਗਤ ਵਿੱਚ ਰਹਿਣਾ ਤੇ ਇਵੇਂ ਹੈ ਜਿਵੇਂ ਰਾਤ ਸੁਪਨੇ ਵਿੱਚ ਰਹਿਣਾ ਹੈ। ਕੀ ਪਤਾ ਕਦੋਂ ਅੱਖ ਖੁੱਲ ਜਾਣੀ ਹੈ। ਹੁਣ ਜੇ ਤੇ ਹੋਵੇ ਸੁਪਨਾ ਭੈੜਾ, ਫਿਰ ਤੇ ਟੁੱਟ ਜੇ ਤੇ ਚੰਗੀ ਗੱਲ ਹੈ। ਤੇ ਜੇ ਸੁਪਨਾ ਹੋਵੇ ਚੰਗਾ, ਉਹ ਕਹਿੰਦੇ ਨੇ ਵੀ ਕੋਈ ਆਦਮੀ ਸੁੱਤਾ ਪਿਆ ਸੀ ਤੇ ਸੁਪਨੇ ਦੇ ਵਿੱਚ ਉਹ ਕੀ ਵੇਖਦਾ ਹੈ, ਹਨੇਰੀ ਆਉਂਦੀ ਹੈ ਤੇ ਉਹਦੇ ਵਿੱਚ ਨੋਟ ਰੁੜੇ ਜਾਂਦੇ ਨੇ ਹਵਾ 'ਚ, ਉਹ ਫੜਨ ਦੀ ਕੋਸ਼ਿਸ਼ ਕਰਦਾ, ਉਧਰੋਂ ਅੱਖ ਖੁੱਲ੍ਹ ਜਾਂਦੀ ਹੈ। ਹੁਣ ਨਾ ਹਵਾ ਹੈ ਤੇ ਨਾ ਨੋਟ ਨੇ। ਹੁਣ ਉਹ ਘੜੀ ਘੜੀ ਅੱਖਾਂ ਬੰਦ ਕਰਕੇ ਦੁਬਾਰਾ ਕੋਸ਼ਿਸ਼ ਕਰਦਾ ਵੀ ਸ਼ਾਇਦ ਹਵਾ ਵੀ ਆ ਜਾਏ ਤੇ ਨੋਟ ਵੀ ਆ ਜਾਣਾ, ਤੇ ਮੈਂ ਫਿਰ ਫੜਨ ਦੀ ਕੋਸ਼ਿਸ਼ ਕਰਾਂ। ਗੁਰੂ ਨਾਨਕ ਦੇ ਪਿਤਾ ਜੀ ਕਹਿਣ ਲੱਗੇ ਜੀਵਨ ਹੀ ਸੁਪਨੇ ਵਰਗਾ ਹੈ, ਇਹ ਜੱਗ ਵੀ ਸੁਪਨੇ ਵਰਗਾ ਹੈ। ਤਜੇ ਮੋਹ
ਇਸ ਅਸਥਿਰ ਕਿਛ ਕੱਛ ਨਾਹੀ, ਇਸ ਕਰਕੇ ਮੋਹ ਛੱਡ ਦੇਣਾ ਚਾਹੀਦਾ ਹੈ। ਤੇ ਇੱਥੇ ਸਥਿਰ ਕੁਛ ਵੀ ਨਹੀਂ ਹੈ। ਹੁਣ ਇਹ ਚੀਜ਼ ਸਾਡੇ 'ਚ ਤਾਂ ਹੈ ਨਹੀਂ। ਆਪਾਂ ਕਹਿ ਦਿੰਦੇ ਵੀ ਪੰਛੀਆਂ ਵਾਂਗੂ ਰਹਿਣਾ ਚਾਹੀਦਾ ਹੈ, ਪੰਛੀਆਂ ਵਾਂਗੂ ਤਾਂ ਗੋਰੇ ਹੀ ਰਹਿੰਦੇ ਨੇ। ਪੰਛੀਆਂ ਦੇ ਤੁਸੀਂ ਵੇਖ ਲਓ ਵੀ ਜਦੋਂ ਜਿੰਨਾ ਚਿਰ ਤੇ ਬੱਚਾ ਬੋਟ ਹੁੰਦਾ ਹੈ ਤੇ ਉਹ ਦਾਣੇ ਲਿਆ ਲਿਆ ਕੇ ਉਹਦੇ ਬੱਚੇ ਦੇ ਮੂੰਹ 'ਚ ਪਾਉਂਦੇ ਨੇ, ਤੇ ਜਦੋਂ ਇੱਕ ਵਾਰੀ ਉੱਡ ਜਾਏ ਆਲਣੇ ਤੋਂ ਮੁੜ ਕੇ ਲੱਭਣ ਨਹੀਂ ਜਾਂਦੇ। ਮੁੜ ਕੇ ਨਹੀਂ ਕਹਿੰਦੇ ਪੱਪੂ ਘਰ ਆ ਜਾ, ਰਾਜੂ ਘਰ ਆ ਜਾ, ਕਾਕਾ ਘਰ ਆ ਜਾ, ਮੁੜ ਕੇ ਕੋਈ ਨਹੀਂ ਲੱਭਦਾ, ਪੰਛੀ ਨਹੀਂ ਲੱਭਦੇ। ਉਹਨਾਂ ਦੀ ਹਾਲਤ ਵੀ ਇਹੀ ਹੈ, ਨਾ ਹੀ ਉਹ ਬਹੁਤਾ ਖਲਾਰਾ ਪਾਉਂਦੇ ਨੇ। ਇਸੇ ਕਰਕੇ ਕਹਿੰਦੇ ਵੀ ਜਿਹੜੇ ਅਸਲੀ ਗੋਰੇ ਨੇ ਉਹ ਤਾਂ ਘਰ ਹੀ ਨਹੀਂ ਬਣਾਉਂਦੇ, ਉਹ ਤਾਂ ਇੱਦਾਂ ਹੀ ਬੇਸਮੈਂਟਾਂ 'ਚ ਰਹਿ ਰੂ ਕੇ, ਕਿਰਾਏ 'ਤੇ ਰਹਿ ਰੂ ਕੇ ਆਪਣਾ ਟਾਈਮ ਪਾਸ ਕਰ ਲੈਂਦੇ ਨੇ। ਤੇ ਅਸੀਂ ਸਾਰਾ ਕੁਝ ਬਣਾਉਂਦੇ ਆ ਤੇ ਕੁਝ ਉਹਨੂੰ ਸੰਭਾਲਣ ਤੇ ਉਮਰ ਲੰਘ ਜਾਂਦੀ ਹੈ, ਕੁਝ ਬਣਾਉਣ ਤੇ ਉਮਰ ਲੰਘ ਜਾਂਦੀ ਹੈ, ਤੇ ਰਹਿਣ ਜੋਗਾ ਸਮਾਂ ਬਚਦਾ ਹੀ ਕੋਈ ਨਹੀਂ। ਅਮੂਮਨ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਦੇ ਉਦੋਂ ਨੂੰ ਸਾਡੀ ਉਮਰ ਚਲੀ ਜਾਂਦੀ ਹੈ, ਸਾਡੇ ਕੋਲੇ ਸਮਾਂ ਨਹੀਂ ਹੁੰਦਾ। ਹਾਂਜੀ। ਭਾਉ ਭਗਤ ਜਿਨ ਮਨ ਮਹਿ ਧਾਰੀ, ਸੋ ਗਮਨੈ ਨਿਜ ਕਾਜ ਸਵਾਰੀ। ਜਿਨ੍ਹਾਂ ਦੇ ਮਨ ਵਿੱਚ ਭਾਉ ਤੇ ਭਗਤੀ ਹੈ, ਮਰੇ ਉਹ ਵੀ ਨੇ ਪਰ ਉਹ ਆਪਣੇ ਕਾਰਜ ਸਵਾਰ ਕੇ ਗਏ ਨੇ। ਕਿ ਦੋ ਚੀਜ਼ਾਂ, ਭਾਉ ਤੇ ਭਗਤੀ, ਤੇ ਜਿਨ੍ਹਾਂ ਦੇ ਵਿੱਚ ਦੋ ਚੀਜ਼ਾਂ ਨੇ, ਮੋਹ ਤੇ ਇਹ ਮਮਤਾ, ਉਹ ਸਾਰਾ ਕੁਝ ਆਪਣਾ ਗਵਾ ਕੇ ਗਏ ਨੇ ਭਾਈ। ਉਹ ਉਹਨਾਂ ਚੀਜ਼ਾਂ ਦੇ ਵਿੱਚ ਹੀ ਆਪਣਾ ਸਾਰੀ ਉਮਰ ਜਿਹੜੀ ਉਹਨਾਂ ਦੀ ਬਤੀਤ ਹੋ ਗਈ। ਹਾਂਜੀ। ਸਦਨ ਬਿਖੇ ਨਰ ਮਿਲਨ ਜੋ ਆਏ, ਧੰਨ ਧੰਨ ਸੁਣ ਬੈਣ ਅਲਾਏ। ਜਿਹੜੇ ਲੋਕ ਘਰ ਵਿੱਚ ਮੌਜੂਦ ਸੀ, ਸਤਿਗੁਰਾਂ ਦੇ ਬਚਨ ਸੁਣਦੇ ਨੇ ਤੇ ਧੰਨ ਧੰਨ ਕਹਿ ਕੇ ਸਤਿਗੁਰੂ ਜੀ ਦੀ ਮਹਿਮਾ ਕਰਦੇ ਨੇ। ਗਏ ਬਹੁਰ ਉਸਤਤ ਸਭ ਕਰਹੀ, ਮਹਾਪੁਰਖ ਇਹ ਬਚਨ ਉਚਰਹੀ। ਇਹ ਲੋਕ ਜਦੋਂ ਆਪਣੇ ਘਰਾਂ ਨੂੰ ਵੀ ਜਾਂਦੇ ਨੇ ਤੇ ਉਦੋਂ ਵੀ ਕਹਿੰਦੇ ਨੇ ਵੀ ਕਾਲੂ ਦਾ ਪੁੱਤਰ ਮਹਾਂਪੁਰਖ ਹੈ। ਕਾਲੂ ਦਾ ਪੁੱਤਰ ਤੇ ਭਾਈ ਕੋਈ ਅਵਤਾਰੀ ਪੁਰਖ ਹੈ, ਕੋਈ ਦੇਵਤਾ ਹੈ, ਕੋਈ ਇਹ ਤੇ ਰੱਬ ਦੀਆਂ ਹੀ ਗੱਲਾਂ ਕਰਦਾ। ਦੇਖੋ ਜਦੋਂ ਬੰਦਾ ਸ਼ੁਰੂ ਚ ਤੁਰੇ ਤੇ ਕਈ ਵਾਰੀ ਆਪਾਂ ਕਹਿ ਵੀ ਦਿੰਨੇ ਐਵੇਂ ਪਖੰਡ ਕਰਦਾ, ਪਰ ਕੁਝ ਸਮਾਂ ਬੀਤਣ ਤੋਂ ਬਾਅਦ ਅਸੀਂ ਖੁਦ ਕਹਿੰਦੇ ਆ ਕਿ ਨਹੀਂ, ਇਹ ਤਾਂ ਪੂਜਣ ਯੋਗ ਹੈ, ਕਿਉਂਕਿ ਸਾਡੀ ਵੀ ਇੱਕ ਸੀਮਾ ਹੀ ਹੈ। ਅੱਜ ਵੀ ਤੁਸੀਂ ਵੇਖ ਲਓ, ਵੱਧ ਤੋਂ ਵੱਧ ਅਸੀਂ ਕਿਸੇ ਬੰਦੇ ਦਾ ਕਿਸੇ ਵੀ ਕੰਮ ਵਿੱਚ ਐਕਸਪੀਰੀਅੰਸ ਕੀ ਮੰਗਦੇ ਆ, 5 ਸਾਲ ਮੈਕਸਿਮਮ, ਵੀ ਘੱਟੋ ਘੱਟ ਉਹਨੇ 5 ਸਾਲ ਦੇ ਕੰਮ ਕੀਤਾ ਹੋਵੇ ਨਾ, 5 ਸਾਲ ਦਾ ਉਹਨੂੰ ਤਜਰਬਾ ਤੇ ਹੋਵੇ, 5 ਸਾਲ ਦਾ ਤੇ ਉਹਨੇ ਇਦਾਂ ਦਾ ਜੀਵਨ ਆਪ ਜੀਵਿਆ ਹੋਵੇ। ਇੱਥੇ ਅੱਖਾਂ ਦੇ ਸਾਹਮਣੇ ਜਿਹਦੇ 20 30 40 ਸਾਲ ਚਲੇ ਜਾਣ ਕਿ ਉਹ ਬੰਦਾ ਝੂਠ ਨਾ ਬੋਲੇ, ਉਹ ਬੰਦਾ ਬੇਈਮਾਨੀ ਨਾ ਕਰੇ, ਉਹ ਬੰਦਾ ਘੱਟ ਨਾ ਤੋਲੇ, ਉਹ ਬੰਦਾ ਕਿਸੇ ਦਾ ਬੁਰਾ ਹੀ ਨਾ ਕਰੇ, ਤੇ ਅਸੀਂ ਖੁਦ ਹੀ ਕਹਿਣ ਵਾਸਤੇ ਮਜਬੂਰ ਹੋਵਾਂਗੇ ਵੀ ਹੋਰ ਦੇਵਤੇ ਕਿਹੋ ਜਿਹੇ ਹੁੰਦੇ ਨੇ, ਹੋਰ ਰਿਸ਼ੀ ਮੁਨੀ ਕਿੱਦਾਂ ਦੇ ਹੁੰਦੇ ਨੇ ਭਾਈ। ਤੋ ਨਗਰੀ ਦੇ ਲੋਕ ਪਿਤਾ ਕਾਲੂ ਦੇ ਪੁੱਤਰ ਦੀ, ਗੁਰੂ ਨਾਨਕ ਦੇ ਪਿਤਾ ਮਹਾਰਾਜ ਦੀ ਉਪਮਾ ਕਰਦੇ ਨੇ, ਵਡਿਆਈ ਕਰਦੇ ਨੇ। ਹਾਂਜੀ। ਰਹਿਣ ਲੱਗੇ ਸ਼੍ਰੀ ਗੁਰ ਘਰ ਮਾਹੀ, ਜਿਨ ਕੇ ਦਰਸ਼ਨ ਦੁਖ ਨਿਸਾਹੀ। ਹੁਣ ਸਤਿਗੁਰੂ ਘਰ ਰਹਿੰਦੇ ਨੇ। ਕੌਣ ਨੇ ਸਤਿਗੁਰੂ? ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਬਿਨਸਦੇ ਨੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਮਿਟਦੇ ਨੇ। ਹਾਂਜੀ। ਸ਼੍ਰੀ ਅੰਗਦ ਗੁਰ ਮੁਝ ਪ੍ਰਤ ਭਾਖਾ, ਬਾਲੇ ਮੇਲ ਕੁਟੰਬ ਕਰ ਕਾਂਖਾ। ਤਦੋਂ ਫਿਰ ਸਤਿਗੁਰੂ, ਹੇ ਗੁਰੂ ਅੰਗਦ ਸਾਹਿਬ, ਸਤਿਗੁਰਾਂ ਨੇ ਫਿਰ ਮੈਨੂੰ ਆਖਿਆ, ਭਾਈ ਬਾਲਾ ਕਹਿੰਦਾ ਵੀ ਮੈਨੂੰ ਕਿਹਾ ਵੀ ਤੂੰ ਵੀ ਭਾਈ ਆਪਣੇ ਘਰ ਜਾਇਆ, ਜਾਂ ਤੂੰ ਵੀ ਆਪਣੇ ਜਾ ਕੇ ਪਰਿਵਾਰ ਨੂੰ ਮਿਲ। ਹਾਂਜੀ। ਮਿਲ ਕਰ ਤਿੰਨ ਤੂਰਨ ਚੱਲ ਆਈਓ,
ਮੋਹ ਪੰਕ ਤਿਨ ਜਿਨ ਫਸ ਜਈਓ। ਪਰ ਵੇਖੀ ਘਰ ਦੇ ਮੋਹ ਚਿੱਕੜ ਵਿੱਚ ਫਸ ਨਾ ਜਾਵੀਂ, ਮੋਹ ਪੰਕਜ ਵਿੱਚ। ਘਰ ਮੋਹ ਦੇ ਚਿੱਕੜ ਪੰਕਜ ਵਿੱਚ ਨਾ ਫਸ ਜਾਵੀਂ। ਮਿਲੀ ਤੇ ਮਿਲ ਕੇ ਭਾਈ ਛੇਤੀ ਵਾਪਸ ਮੁੜੀ। ਬੇਦਿਨ ਕਮਲ ਵੰਸ ਕਰ ਹੰਸੂ, ਮੈਂ ਚੱਲ ਗਾ ਤਿਨ ਕਰ ਪਰ ਸੰਸੂ। ਸਤਿਗੁਰੂ ਜਿਹੜੇ ਬੇਦੀਆਂ ਦੀ ਇਹ ਜਿਹੜੀ ਕਮਲ ਫੁੱਲਾਂ ਵਰਗੀ ਵੰਸ਼ ਹੈ, ਇਹ ਮਾਨੋ ਉਹਦੇ ਹੰਸ ਸਨ, ਸ਼੍ਰੋਮਣੀ ਸਨ। ਮੈਂ ਚੱਲ ਗਾ ਤਿਨ ਕਰ ਪਰ ਸੰਸੂ। ਭਾਈ ਬਾਲਾ ਕਹਿੰਦਾ ਵੀ ਮੈਂ ਘਰ ਨੂੰ ਤੁਰ ਪਿਆ ਤੇ ਸਾਰੇ ਰਸਤੇ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਰਿਹਾ। ਨਿਜ ਕੁਟੰਬ ਮੇਲ ਮੋਦ ਵੱਡਾ ਕਰ, ਆਵਤ ਪਾਹਾਂ ਟਿਗ ਕਰੁਣਾ ਕਰ। ਇੱਦਾਂ ਆਪਣੇ ਪਰਿਵਾਰ ਵਿੱਚ ਗਿਆ, ਆਪਣੇ ਘਰ ਗਿਆ, ਉੱਥੇ ਰਿਹਾ। ਕੁਝ ਸਮਾਂ ਰਹਿਣ ਤੋਂ ਬਾਅਦ ਫਿਰ ਮੈਂ ਵਾਪਸ ਆ ਗਿਆ। ਪਰਿਵਾਰ ਦੀਆਂ ਖੁਸ਼ੀਆਂ ਵੀ ਮਿਲ ਗਈਆਂ, ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਵੀ ਲੈ ਲਈਆਂ। ਸਿੰਘ ਬਾਹਣੀ ਮਹਤ ਜਗ, ਅਸ਼ਟ ਪੂਜੀ ਖਲ ਕਾਲ। ਸੁਨੋ ਕਥਾ ਸ਼੍ਰੀ ਫੇਰੂ ਨੰਦਨ, ਸ਼੍ਰੋਨਤ ਕੇ ਅਗ ਓਗ ਨਿਕੰਦਨ। ਹੇ ਫੇਰੂ ਨੰਦ ਜੀ ਦੇ ਪੁੱਤਰ ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ। ਇਹ ਕਥਾ ਸੁਣਨ ਵਾਲਿਆਂ ਦੇ ਪਾਪ ਮਿਟਾਉਂਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਕਥਾ ਹੈ। ਦੇਖੋ ਆਪਣੀ ਕਥਾ ਤੇ ਇਦਾਂ ਦੀ ਹੈ ਵੀ ਕੋਈ ਨਾ ਹੀ ਸੁਣੇ ਤੇ ਚੰਗਾ ਹੈ। ਔਰੰਗਜ਼ੇਬ ਨੇ ਨਾ ਇੱਕ ਈਰਾਨੀ ਫਕੀਰ ਨੂੰ ਕੱਪੜਾ ਦਿੱਤਾ ਸੀ, ਉਹ ਨੰਗਾ ਰਹਿੰਦਾ ਸੀ, ਤੇ ਕੱਪੜਾ ਵੀ 2 ਗੱਜ ਦਿੱਤਾ ਕਿ ਭਾਈ ਤੂੰ ਨੰਗਾ ਨਹੀਂ ਰਹਿਣਾ, ਇਹਨੂੰ ਆਪਣੇ ਲੱਕ ਨਾਲ ਬੰਨ੍ਹ। ਉਹ ਫਕੀਰ ਉਹਨੇ ਕੀ ਕੀਤਾ, ਕੱਪੜਾ ਲਿਆ ਤੇ ਸਿਰ ਤੇ ਬੰਨ੍ਹ ਲਿਆ। ਉਹਨੂੰ ਪਤਾ ਸੀ ਬਾਦਸ਼ਾਹ ਦੁਬਾਰਾ ਪੁੱਛੇਗਾ। ਕੁਝ ਦਿਨਾਂ ਬਾਅਦ ਉਹ ਫਿਰ ਮਿਲ ਗਿਆ ਚਾਂਦਨੀ ਦੇ ਚੌਂਕ ਵਿੱਚ, ਕਿਉਂਕਿ ਇਹੋ ਇੱਕੋ ਹੀ ਬਾਜ਼ਾਰ ਹੁੰਦਾ ਸੀ ਉਸ ਵੇਲੇ ਮੁਗਲਾਂ ਦੇ ਟਾਈਮ। ਉਹ ਜਦੋਂ ਫਿਰ ਮਿਲ ਗਿਆ ਤੇ ਔਰੰਗਜ਼ੇਬ ਨੇ ਕਿਹਾ ਵੀ ਉਹ ਗੁਸਤਾਖ ਫਕੀਰ, ਮੈਂ ਤੈਨੂੰ ਕੱਪੜਾ ਦਿੱਤਾ ਸੀ। ਕਹਿੰਦਾ ਜੀ ਮੈਂ ਤੁਹਾਡਾ ਕੱਪੜਾ ਆਪਣੇ ਸਿਰ ਤੇ ਰੱਖਿਆ ਹੋਇਆ ਵੀ ਮੈਂ ਤੁਹਾਡੇ ਕੱਪੜੇ ਦੀ ਇੱਜ਼ਤ ਕੀਤੀ ਹੈ। ਕਿਸੇ ਦੀ ਦਿੱਤੀ ਚੀਜ਼ ਨੂੰ ਸਿਰ ਮੱਥੇ ਤੇ ਰੱਖਣਾ ਇਹ ਬਹੁਤ ਵੱਡਾ ਸਨਮਾਨ ਹੈ। ਕਹਿਣ ਲੱਗਾ ਜੀ ਆ ਵੇਖੋ ਮੈਂ ਸਿਰ ਤੇ ਬੱਧਾ ਹੋਇਆ। ਉਹ ਕਹਿੰਦਾ ਮੈਂ ਸਿਰ ਤੇ ਬੰਨ੍ਹਣ ਲਈ ਨਹੀਂ ਦਿੱਤਾ, ਮੈਂ ਤੈਨੂੰ ਨਗੇਜ ਢੱਕਣ ਲਈ ਦਿੱਤਾ ਹੈ। ਹੁਣ ਉਹ ਫਕੀਰ ਹੱਸ ਪਿਆ, ਕਹਿੰਦਾ ਬਾਦਸ਼ਾਹ ਜੇ ਨਗੇਜ ਢੱਕਣ ਦੀ ਗੱਲ ਹੈ ਫਿਰ ਤਾਂ ਕੱਪੜੇ ਦੀ ਲੋੜ ਤੈਨੂੰ ਹੈ, ਮੈਨੂੰ ਤਾਂ ਨਹੀਂ। ਹੁਣ ਇਹ ਗੱਲ ਬਾਦਸ਼ਾਹ ਨੂੰ ਤੁਸੀਂ ਕਹੋਗੇ ਉਹ ਸੁਣ ਲੇਗਾ। ਕਹਿੰਦਾ ਬਾਦਸ਼ਾਹ ਕੱਪੜੇ ਦੀ ਲੋੜ ਤੈਨੂੰ ਹੈ, ਇਹ ਜਿਹੜੇ ਤੂੰ ਚੋਲੇ ਪਾਈ ਫਿਰਦਾ ਨਾ ਬਾਦਸ਼ਾਹ ਵਾਲੇ, ਜਿੱਦਣ ਨੰਗਾ ਹੋ ਗਿਓ ਕੱਖ ਨਹੀਂ ਬਚਣਾ। ਜਦੋਂ ਦੁਨੀਆ ਨੂੰ ਪਤਾ ਲੱਗ ਗਿਆ ਵੀ ਤੂੰ ਪਿਓ ਮਾਰਿਆ, ਤੂੰ ਮਾਂ ਮਾਰੀ ਹੈ, ਸ਼ਾਹਜਹਾਨ ਨੂੰ ਕੈਦ ਰੱਖ ਕੇ ਮਾਰਿਆ ਨੇ, ਭਰਾ ਮਾਰੇ ਨੇ, ਤੂੰ ਇੱਥੋਂ ਤੱਕ ਆਪਣੀਆਂ ਧੀਆਂ ਦੇ ਡੋਲੇ ਨਹੀਂ ਤੋਰੇ। ਇਹਨੇ ਕਿਸੇ ਨੂੰ ਆਪਣਾ ਜਵਾਈ ਨਹੀਂ ਸੀ ਬਣਾਇਆ, ਕੁੜੀਆਂ ਹੀ ਘਰ ਬਿਠਾ ਰੱਖੀਆਂ ਵੀ ਉਹ ਨਾ ਹੋਵੇ ਕੋਈ ਜਵਾਈ ਬਣ ਕੇ ਹੀ ਘਰ ਆਵੇ ਤੇ ਬਗਾਵਤ ਕਰ ਦੇਵੇ। ਕੋਈ ਸਾਧੂ ਸੰਤ ਨਹੀਂ ਸੀ ਛੱਡਿਆ। ਤੋ ਸਰਮਦ ਫਕੀਰ ਕਹਿਣ ਲੱਗਾ ਵੀ ਕੱਪੜੇ ਦੀ ਲੋੜ ਤੈਨੂੰ ਹੈ, ਜਿਹੜਾ ਇਸ ਸ਼ਾਹੀ ਪੁਸ਼ਾਕ ਵਿੱਚ ਵੀ ਡਰਦਾ ਹੈ ਕਿ ਜੇ ਲੋਕਾਂ ਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਤੇ ਬਣੇਗਾ ਕੀ। ਦੇਖੋ ਜਿਹੜਾ ਮਾੜੇ ਕੰਮ ਕਰਦਾ ਕੱਪੜੇ ਦੀ ਲੋੜ ਤਾਂ ਉਹਨੂੰ ਹੈ, ਜਿਹੜਾ ਕਰਦਾ ਹੀ ਕੁਝ ਨਹੀਂ ਉਹਨੂੰ ਕੀ ਲੋੜ ਹੈ, ਉਹਨੂੰ ਕੋਈ ਲੋੜ ਨਹੀਂ ਹੈ।
सुनो कथा श्री फेरू नंदन, ਸਰੋਤਨ के अग औग निकंदन। ये कथा ਸਰੋਤਿਆਂ ਦੇ पाप मिटाउंदी है। इस कथा विच इन्नी शक्ति है। ये जीवन नूं पवित्र करदी है, पापां तो बचाउंदी है। हाँ जी। तलवंडी मह दीन दयाला, रहते हो कितक बिताए काला। इदां तलवंडी दे विच कई दिन गुरु नानक साहब रहे, लंबा समा रुके। हाँ जी। एक दिवस कालू टिग आवा, हित समझावण बचन अलावा। हुण एक दिन की होया, पिता कालू जी क्योंकि मां तृप्ता मना के ले आई, कुछ दिन लंघ गए। हुण पिता कालू ने सोचा भी अगला काम मैं कर देना। हुण पिता कालू जी जिहड़े ने वो यतन करते हैं कि मैं अपने पुत्र कोल बवां ते मैं अपने पुत्र नूं समझावां भी पुत्र हुण नहीं जाना। नाले हुण इहने कुछ दिन घर रह के वेख भी लिया भी असीं किहड़ा कोई दखलअंदाजी करते हैं, ते घर विच खाण पीण की भी कोई घाट नहीं। नाले हुण घर दी इहने सुख सहूलत मान लई है, तो शायद मुड़ के भुजे सौण लई ना ही जावे, भुखा रहण लई ना ही जावे, पैदल तुरन वास्ते ना ही जावे। कई बारी ना असीं शुरू च कुछ होर सोचते हैं, पर जदों सुख सहूलतां मिलदियां फिर असीं कुछ होर सोचते हैं। फिर साडा मन जिहड़ा किसी होर तरह का हो जाता है। पिता कालू जी ने सोचा भी मैं हुण पुत्र नानक नूं समझावां। हाँ जी। हे सुत गृहस्थी रीत करीजै, बेख फकीरी अब तज दीजै। पुत्र आ फकीरां वाले कपड़े उतार दे, गृहस्थियां वाले कपड़े पा, ते घर की जिम्मेवारी संभाल, परिवार इकट्ठा कर, घर की किरत कर। हाँ जी। आगे दरब जितो घर बारा, होए बिरकत लुटायो सारा। वेख पुत्र तू किन्ना पैसा कमाया जदों तू मोदी खाना चलाउंदा सी, पर तेरे इस बरकत पने ने, तेरे इस बरकत सुभाव ने, त्यागी सुभाव ने की कीता, सारा ही लुटा दिता है। बचे ही कुछ नहीं, तू जोड़िया ही कुछ नहीं, रखिया ही कुछ नहीं, तू कमाया भी बड़ा ते सारा ही गवा दिता। को कृत अब लेहो संभारी, दरब कुमावो सुमत बिचारी। हुण पुत कोई एक काम फड़ ते काम कर ते पैसे जोड़, पैसे इकट्ठे कर। हाँ जी। जरा गरसी अब देह हमारी, सुख देवन की है तब वारी। को कृत अब लेहो संभारी, जरा गरसी अब दे हमारी। रही साडी गल, साडा ते पुत शरीर बुढ़ेपे ने खा लिया, अज नहीं तो कल मुक जाएगा, कल नहीं तो परसों मुक जाएगा। सुख देवन की हवै तब वारी। हुण पुत्र तेरी सानू सुख देण दी वारी है। असी तो जिन्ना क घर चलाउणा सी चला लिया, जिन्ना कमाउणा सी कमा लिया, जिन्ना धन खटना बचाउणा सी उन्ना बचा लिया। तो हुण तां पुत साडी ते जाण दी वारी है, घर नूं संभालण दी वारी तुहाडी है। घर संभालो ते सानू भी बजुर्गां नूं सुख दिओ। सर्ब सदन को कार चलावो, निजपुर बसो बैस सुख पावो। सारे घर दे काम आप करो, अपने निज घर विच रवो, इत्थे बैठो, वेखो घर विच किन्ने सुख ने, सारे सुख माणो। रही है हमरी दृष्ट अगारी, सुखी रहे तब पिख महतारी। इस करके रहीए हमरी दृष्ट अगारी। पुत साडियां अखां दे सामने रह, पता नहीं अखां कदों बंद हो जानियां ने। सुखी रहे तब पिख महतारी। सब तो वड्डी गल तेरी मां दी है, वो तैनूं वेखेगी सुख ते सुखी होवेगी।
मैं पहला भी बेनती की, फिर बेनती करा, जिहड़ा तुहानूं वेख के सुखी है वो माँ प्यो है, जिहड़ा तुहाडे कोल लै दे के सुखी है वो तुहाडी घरवाली है ते बच्चे है, जिहड़े तुहाडे कोलों खा पी के सुखी ने वो तुहाडे दोस्त मित्र ने भाई, ते जिहड़े तुहानूं वेख के सड़ी जांदे ने वो तुहाडे दुश्मन ने। विआह हो रहा सी ना, तो उत्थे एक बंदा कहंदा है घर वालियां नूं, कहंदा जी इंट्रोडक्शन ते कराओ भी दोस्त मित्र कौन ने, भैन भरा कौन ने। वो कहता जी लोड़ ही नहीं। कहता क्यों? कहता जिहड़े हसन खेडन डे ने ये सारे दोस्त मित्र ही ने, जिहड़े मूँह बना के बैठे ने सारे रिश्तेदार ने। कहता लोड़ ही नहीं, जान पछाण कराउण दी की लोड़ है, क्योंकि रुस रुस के बहना ये रिश्तेदारां दे हिस्से च आउंदा है, ते खाना पीना नचना ये यारां दोस्तां दे हिस्से विच आउंदा। उन्हां नूं पता हुंदा है भी अज है बनिया खाना पीना, खाओ पीओ ऐश करो तो जाओ। दोस्त कदे मूँह बना के नहीं बैठते। हाँ जी। निज सुत इस्त्री लेहो मंगाई, घर प्रतपाल सबन हित लाई। पुत्र घर वाली भी बुला लै, बच्चे भी बुला लै, ते बड़े सुख विच अपना परिवार अपने नाल लैके तलवंडी विच रवो। तुहाडी माँ भी वेख के खुश होवेगी। हाँ जी। बिशरे है सो कित कित थाना, तो जबहीन रही दुखवाना। कोई किते रहिंदा है, कोई किते रहिंदा है। माँ सुलखड़ी पेके रहिंदी सी, नाल उन्हां दे छोटा पुत्र रहिंदा सी, वड्डा पुत्र जिहड़ा सी वो सुल्तानपुर रहिंदा सी, बेबे नानकी कोल रहिंदा सी, सतगुरु किते होर विचरदे ने। इस बिद के सुन के बच ताता, बोले प्रभु ज्ञान सुख दाता। इन्नियां गल्लां चुप करके सुन लईआं, कोई जवाब नहीं दिता। पिता जी बोलते रहे, पुत्र श्री नानक सुनते रहे। जदों पिता जी बोलना चुप कीते ने, तदों सुखां दे दाते गुरु नानक दे पिता जी ने फिर अगों बचन उचारने शुरू किए। हाँ जी। सुन पित एह मत नौका न्याई, दरब मोह जल सरता थाई। आख्या पिता जी सुनोगे, ये मत नौका न्याई, ये जिहड़ी समझ है अकल है, कहंदे बेड़ी वर्गी है। साडी जिहड़ी अकल है ना, ये जिहड़ी पानी विच बेड़ी तरदी फिरदी है, जिहड़ी पानी दे विच बेड़ी चलदी, अकल साडी उहदे वर्गी है। दरब मोह जल सरता धाई, ते किहड़े पानी विच ये बेड़ी रहिंदी है? कहंदे मोह दे जल विच, ये झूठे प्यार दे विच, नदी दे विच ये अकल तरदी रहिंदी साडी। देखो बड़ी अजीब वडंबना है। आपां कहने जी अकल वड्डी है, वड्डी तो हैगी है पर नकम्मी है। अकल मन दे मगर तुरदी है। मन कहंदा भी तू अमीर हो जा, मन कहंदा भी तू अमीर हो जा, ते अकल कहंदी फिर चोरी चारी करया कर, हो जाएगा। मन को अकल नहीं है, मन नूं कोई अकल नहीं है। मन तो इवें है जिवें हुण मेरा मन करदा भी मैं जलेबियां खाणियां ने, ये मन है, जलेबियां खाईए। हुण अकल कहंदी भी है तो चांदनी चौक ही जाना पैना है, उत्थों मिलणगियां। हुण ये अकल दसदी है भी चांदनी चौक का किहड़ा रस्ता है, ITO हो के जाना पेगा, होर की तरीका है, 3 व्हीलर करना पेगा। हुण मन नूं नहीं पता भी 3 व्हीलर ते चढ़ना है,
3 ਵੀਲਰ ਤੇ ਅਕਲ ਚੜਾਉਂਦੀ ਹੈ। ਮੈਟਰੋ 'ਚ ਅਕਲ ਬਿਠਾਏਗੀ ਤੁਹਾਨੂੰ ਵੀ ਇੱਥੋਂ ਟਿਕਟ ਲੈ ਲੈ, ਇੱਥੋਂ ਆਪਣਾ ਚੈੱਕਅਪ ਕਰਾ ਲੈ, ਇੱਥੇ ਜਾ ਕੇ ਅੰਦਰ ਬਹਿ ਜਾ। ਇਹ ਸਾਰੇ ਕੰਮ ਅਕਲ ਕਰਦੀ। ਤਾਂ ਹੀ ਗੁਰੂ ਜੀ ਨੇ ਕਿਹਾ ਵੀ ਅਕਲ ਬੇੜੀ ਵਰਗੀ ਹੈ। ਤੇ ਪਾਣੀ ਕਹਿੰਦੇ ਮੋਹ ਮਮਤਾ ਦਾ। ਜਿਹੜੀ ਨਦੀ ਵਿੱਚ ਇਹ ਬੇੜੀ ਤਰਦੀ ਹੈ ਉਹ ਮੋਹ ਮਮਤਾ ਦੀ ਨਦੀ ਹੈ। ਨਹੀਂ ਤੇ ਕਦੇ ਸਿਆਣੇ ਬੰਦੇ ਵੀ ਕਮਲੀਆਂ ਗੱਲਾਂ ਕਰ ਸਕਦੇ ਨੇ, ਪਰ ਤੁਸੀਂ ਕਹੋਗੇ ਜੀ ਸਿਆਣੇ ਹੀ ਕਮਲੀਆਂ ਕਰਦੇ, ਔਰ ਕਰਦੇ ਕੌਣ ਨੇ? ਕਮਲਾ ਤੇ ਕਮਲੀਆਂ ਕਰੇ ਤੇ ਲੋਕ ਧਿਆਨ ਹੀ ਨਹੀਂ ਦਿੰਦੇ। ਕਮਲਾ ਆਦਮੀ ਕਮਲੀ ਗੱਲ ਕਰੇ ਤੇ ਕੋਈ ਤਵੱਜੋ ਨਹੀਂ ਦਿੰਦਾ, ਕੋਈ ਬੰਦਾ ਨੋਟਿਸ ਹੀ ਨਹੀਂ ਲੈਂਦਾ ਵੀ ਛੱਡੋ ਪਰੇ ਤੇ ਪਾਗਲ ਹੈ। ਜਦੋਂ ਸਿਆਣਾ ਬੰਦਾ ਕਮਲੀਆਂ ਗੱਲਾਂ ਕਰੇ ਤੇ ਹਰ ਬੰਦਾ ਧਿਆਨ ਕਰਦੇ ਵੀ ਇਹ ਕੀ ਹੋ ਰਿਹਾ ਹੈ। ਚੰਗਾ ਪੜ੍ਹਿਆ ਲਿਖਿਆ ਹੈ, ਚੰਗਾ ਅਕਲ ਲਤੀਫ ਹੈ। ਬਈ ਆਹ ਮੂਰਖਾਂ ਵਾਲੇ ਕਿਹੜੇ ਕੰਮ ਸ਼ੁਰੂ ਕਰ ਲਏ ਇਸ ਨੇ। ਹਾਂਜੀ, ਜੇ ਨੌਕਾ ਮੈਂ ਜਲ ਪਰ ਜਾਵੇ, ਤਤ ਛਿਨ ਆਪਣੇ ਬੀਚ ਡੁਬਾਵੇ। ਹਾਂ, ਇਹ ਜ਼ਰੂਰ ਚੇਤਾ ਰੱਖਣਾ ਕਿ ਇਹ ਅਕਲ ਦੀ ਨਦੀ ਮੋਹ ਮਮਤਾ ਦੇ ਪਾਣੀ ਵਿੱਚ ਤੁਹਾਨੂੰ ਭਜਾਈ ਫਿਰਦੀ ਹੈ। ਇਹ ਕਹਿੰਦੀ ਪਾਣੀ 'ਚ ਹੀ ਰਹਿ ਤਾਂ ਹੀ ਤਰੇਂਗੀ, ਪਰ ਕਹਿੰਦੇ ਜੇ ਪਾਣੀ ਇਹਦੇ ਵਿੱਚ ਪੈ ਜਾਏ ਤੇ ਫਿਰ ਇਹ ਨਾਲ ਹੀ ਲੈ ਕੇ ਡੁੱਬ ਜਾਂਦੀ ਹੈ, ਫਿਰ ਖਤਮ। ਹੁਣ ਵੇਖੋ, ਬੇੜੀ ਦੇ ਜੀਵਨ ਨੂੰ ਸਮਝਣ ਦੀ ਲੋੜ ਹੈ। ਇਸ ਤੋਂ ਵੱਡਾ ਮੈਂ ਸਮਝਦਾ ਵੀ ਹੋਰ ਗਿਆਨ ਕੋਈ ਨਹੀਂ ਹੈਗਾ। ਹੁਣ ਬੇੜੀ ਸੜਕ ਤੇ ਤਾਂ ਤੁਰੇਗੀ ਨਹੀਂ, ਨਾ ਕੱਚੇ ਰਾਹ ਤੇ ਤੁਰੇ ਨਾ ਪੱਕੇ ਰਾਹ ਤੇ ਤੁਰੇ। ਹੁਣ ਬੇੜੀ ਤੁਸੀਂ ਆਪਣੀ ਕਾਰ ਦੇ ਉੱਤੇ ਰੱਖ ਲਓ ਤੇ ਤੁਰ ਪਏਗੀ ਉਹ, ਠੀਕ ਹੈ। ਕਾਰ ਦੇ ਉੱਤੇ ਬੱਧੀ ਹੈ, ਜਿੱਥੇ ਕਾਰ ਲੈ ਕੇ ਜਾਓਗੇ ਉਹ ਵੀ ਚੱਲ ਜੇਗੀ। ਬੇੜੀ ਤਰਦੀ ਪਾਣੀ ਵਿੱਚ ਹੈ, ਪਰ ਜੇ ਪਾਣੀ ਬੇੜੀ ਦੇ ਵਿੱਚ ਪੈ ਜਾਏ ਤੇ ਬੇੜੀ ਖੁਦ ਹੀ ਡੁੱਬ ਜਾਂਦੀ ਹੈ। ਇਸ ਕਰਕੇ ਇਸ ਸੱਚ ਨੂੰ ਸਮਝਣ ਦੀ ਲੋੜ ਹੈ। ਹੁਣ ਇਹ ਗੱਲਾਂ ਸਤਿਗੁਰੂ ਨੇ ਪਿਤਾ ਜੀ ਨੂੰ ਕਹੀਆਂ ਵੀ ਪਿਤਾ ਜੀ ਕਿੱਧਰ ਗਵਾਚੇ ਫਿਰਦੇ ਹੋ। ਇਸ ਅਕਲ ਦੀ ਬੇੜੀ ਦੇ ਵਿੱਚ ਨਾ ਬਵੋ, ਇਹ ਤੁਹਾਨੂੰ ਮੋਹ ਦੀ ਨਦੀ ਵਿੱਚ ਰੋੜ ਦੇਵੇਗੀ, ਇਹਨੇ ਤੁਹਾਨੂੰ ਬਚਾਉਣਾ ਨਹੀਂ ਹੈ। ਹਾਂਜੀ, ਸਤਿਗੁਰ ਕੇਵਟ ਮਿਲੇ ਜੇ ਆਈ, ਮਤ ਨੌਕਾ ਪਰ ਹਵੈ ਚੁਕ ਸਾਈ। ਜੇ ਸਤਿਗੁਰੂ ਵਰਗਾ ਕੋਈ ਮਲਾ ਮਿਲੇ, ਇਸੇ ਬੇੜੀ ਨੂੰ ਠੀਕ ਚਲਾਏਗਾ। ਅਕਲ ਇਹੀ ਹੈ। ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਅਕਲ ਇਹੀ ਹੈ, ਅੰਮ੍ਰਿਤ ਛਕਣ ਤੋਂ ਬਾਅਦ ਵੀ ਅਕਲ ਇਹੀ ਹੈ। ਜਦੋਂ ਤੁਸੀਂ ਨਹੀਂ ਗੁਰਦੁਆਰੇ ਆਉਂਦੇ ਸੀ ਉਦੋਂ ਵੀ ਤੁਹਾਡੀ ਇਹੀ ਅਕਲ ਸੀ, ਜਦੋਂ ਦੇ ਗੁਰਦੁਆਰੇ ਆਉਣ ਲੱਗੇ ਹੋ ਉਦੋਂ ਦੀ ਵੀ ਅਕਲ ਇਹੋ ਹੀ ਹੈ। ਕਿਸੇ ਗੁਰਦੁਆਰੇ ਆਉਣ ਵਾਲੇ ਬੰਦੇ ਦੀ ਅਕਲ ਬਦਲਦੀ ਵੇਖੀ ਤੁਸੀਂ? ਨਹੀਂ, ਅਕਲ ਉਹੀ ਹੈ। ਕੋਈ ਸਰਜਰੀ ਤਾਂ ਹੋਈ ਨਹੀਂ, ਕੋਈ ਟ੍ਰੀਟਮੈਂਟ ਤਾਂ ਹੋਇਆ ਨਹੀਂ, ਕੋਈ ਦਵਾਈ ਬੂਟੀ ਤਾਂ ਖਾਧੀ ਨਹੀਂ। ਉਹੀ ਅਕਲ ਹੈ ਜਿਹੜੀ ਤੁਹਾਨੂੰ ਮਾੜੇ ਪਾਸੇ ਲੈ ਕੇ ਜਾਂਦੀ ਸੀ। ਉਹੀ ਅਕਲ ਹੈ ਜਿਹੜੀ ਹੁਣ ਤੁਹਾਨੂੰ ਚੰਗੇ ਪਾਸੇ ਲੈ ਕੇ ਜਾਏਗੀ। ਅਕਲ ਉਹੀ ਹੈ। ਹੱਥ ਵੀ ਉਹੀ ਨੇ। ਪਹਿਲਾਂ ਇਹ ਹੱਥ ਸ਼ਰਾਬ ਦੀਆਂ ਬੋਤਲਾਂ ਖੋਲ੍ਹਦੇ ਸੀ, ਹੁਣ ਇਹ ਜੋੜੇ ਪਾਲਿਸ਼ ਕਰਦੇ ਨੇ। ਪੈਰ ਵੀ ਉਹੀ ਨੇ। ਇਹੋ ਹੀ ਪੈਰ ਤੁਹਾਨੂੰ ਠੇਕਿਆਂ ਵੱਲ ਲੈ ਕੇ ਜਾਂਦੇ ਸੀ, ਇਹੀ ਪੈਰ ਤੁਹਾਨੂੰ ਹੁਣ ਗੁਰਦੁਆਰੇ ਲੈ ਕੇ ਆਉਂਦੇ ਨੇ। ਮੈਂ ਤਾਂ ਕਈ ਇੱਦਾਂ ਦੇ ਬੰਦੇ ਵੇਖੇ ਨੇ, ਵੱਡੀ ਉਮਰ ਦੇ, ਵੱਡੀਆਂ ਉਮਰ ਦੀਆਂ ਬੀਬੀਆਂ ਵੇਖੀਆਂ ਨੇ, ਰੋਜ਼ ਆਉਂਦੀਆਂ ਨੇ, ਅਰਦਾਸ ਵਿੱਚ ਸ਼ਾਮਲ ਹੁੰਦੀਆਂ ਨੇ। ਹੁਣ ਕਿਸੇ ਦੇ ਲੇਟ ਹੋ ਗਈਆਂ। ਤੁਸੀਂ ਯਕੀਨ ਕਰਨਾ, ਆਨੰਦ ਸਾਹਿਬ ਦਾ ਪਾਠ ਹੁੰਦਾ ਜਦੋਂ ਮੈਂ ਸਾਹਮਣੇ ਵੇਖਦਾ ਵੀ ਉਹ ਇੰਨਾ ਇੱਦਾਂ ਭੱਜਦੀਆਂ ਨੇ ਵੀ ਸ਼ਾਇਦ ਜੇ ਉਹਨਾਂ ਨੂੰ ਕਿਹਾ ਜਾਵੇ ਵੀ ਬੇਬੇ ਇੱਦਾਂ ਭੱਜ ਕੇ ਬੱਸ ਚੜ੍ਹਨਾ ਤਾਂ ਬੱਸ ਨਹੀਂ ਚੜ੍ਹਨਗੀਆਂ। ਉਹਨੇ ਕਹਿਣਾ ਪੁੱਤ ਮੈਂ ਡੇਕੇ ਲੱਤ ਤੜਾਉਣੀ ਹੈ। ਪਰ ਇੱਥੇ ਭੱਜ ਪੈਂਦੀਆਂ ਨੇ। ਉਹਨਾਂ ਨੂੰ ਹੁੰਦਾ ਵੀ ਜੇ ਅਰਦਾਸ ਸ਼ੁਰੂ ਹੋਣ ਤੋਂ ਪਹਿਲਾਂ ਅੰਦਰ ਵੜ ਗਈਆਂ ਤੇ ਵੜ ਗਈਆਂ, ਜੇ ਨਾ ਅੰਦਰ ਵੜੀਆਂ ਤੇ ਉੱਥੇ ਸੰਗਲੀ ਵੱਜ ਜਾਣੀ, ਵੀ ਬਾਹਰ ਖਲੋਣਾ ਪਏਗਾ। ਹੁਣ ਇਹ ਕੀ ਹੈ? ਲਾਲਚ ਹੈ। ਹੁਣ ਪੈਰ ਉਹੀ ਨੇ। ਹੁਣ ਪੈਰ ਗੁਰਦੁਆਰੇ ਵਾਲੇ ਪਾਸੇ ਭੱਜਣ ਨੂੰ ਵੀ ਤਿਆਰ ਨੇ ਵੀ ਚੱਲ ਅਰਦਾਸ ਹੋਏ ਜਾ ਕੇ ਸ਼ਾਮਲ ਹੋ।
ਇਹ ਗੱਲਾਂ ਗੁਰੂ ਨਾਨਕ ਸਾਹਿਬ ਨੇ ਪਿਤਾ ਨੂੰ ਕਹੀਆਂ। ਪਿਤਾ ਜੀ, ਗੁਰੂ ਮਿਲੇਗਾ ਤੇ ਇਹ ਅਕਲ ਚੰਗੇ ਪਾਸੇ ਚੱਲੇਗੀ। ਸਤਿਗੁਰ ਕੇਵਟ ਮਿਲੈ ਜੇ ਆਈ, ਮਤ ਨੌਕਾ ਪਰ ਹਵੈ ਚੁਕਸਾਈ। ਮੋਹ ਦਰਬ ਤੇ ਉਰਦ ਚਲਾਵੇ, ਖੇਵਨ ਕਰ ਹੈ ਗਿਆਨ ਸੁਣਾਵੇ। ਇਹ ਮਤ ਫਿਰ ਬੇੜੀ ਨਹੀਂ ਬਣਦੀ, ਉਥੋਂ ਚੁੱਕ ਲਈ ਜਾਂਦੀ। ਮੋਹ ਦੇ ਦਰਬ ਦੇ ਉੱਤੇ ਇਹ ਬੇੜੀ ਤਰਦੀ ਨਹੀਂ ਹੈ, ਉਲਟੀ ਚੱਲਦੀ ਹੈ। ਫਿਰ ਜਿਹੜਾ ਮੋਹ ਦਾ ਦਰਬ ਦਾ ਜਿਹੜਾ ਇਹ ਪਾਣੀ ਹੈ, ਫਿਰ ਇਹ ਬੇੜੀ ਇਹਦੇ ਤੇ ਨਹੀਂ ਚੱਲਦੀ, ਇਹਦੇ ਤੋਂ ਉਲਟੀ ਚੱਲਦੀ ਹੈ। ਹਾਂਜੀ, ਆਤਮ ਲਖਨੋ ਪਾਰ ਕਿਨਾਰਾ, ਪਹੁੰਚੇ ਤਹਿ ਤਬ ਹੋਏ ਸੁਖਾਰਾ। ਆਪਣੀ ਆਤਮਾ ਨੂੰ ਜਾਣਨਾ ਇਹ ਅਕਲ ਦਾ ਵਿਸ਼ਾ ਬਣ ਜਾਂਦਾ ਹੈ ਕਿ ਆਪਣੇ ਆਪ ਦੀ ਖੋਜ ਕੀਤੀ ਜਾਏ। ਪਹੁੰਚੇ ਤਹਿ ਤਬ ਹੋਏ ਸੁਖਾਰਾ, ਤੇ ਜਿਹੜਾ ਮੂਲ ਹੈ ਉੱਥੇ ਜਦੋਂ ਪਹੁੰਚਣਾ ਹੈ ਤੇ ਤਾਂ ਜਾ ਕੇ ਸੁੱਖ ਮਿਲਣਾ ਹੈ, ਨਹੀਂ ਤੇ ਖੁਆਰੀ ਹੈ। ਨਤ ਇਹ ਜਨਮ ਮਰਨ ਦੁਖ ਭਾਰੀ, ਆਏ ਜਾਏ ਜਗ ਵਾਰੰਗ ਵਾਰੀ। ਨਹੀਂ ਤਾਂ ਜੰਮਣਾ ਮਰਨਾ ਭਾਰੀ ਦੁੱਖ ਹੈ, ਆਉਣਾ ਵੀ ਪਵੇਗਾ ਜਾਣਾ ਵੀ ਪਵੇਗਾ। ਪਿਤਾ ਜੀ, ਮੈਨੂੰ ਰੋਕਣ ਦੀ ਥਾਂ ਤੇ ਆਪ ਸਮਝੋ, ਤੁਹਾਡੇ ਬਜ਼ੁਰਗ ਹੋਣ ਦਾ ਤੇ ਮੇਰੇ ਘਰ ਰਹਿਣ ਦਾ ਕੀ ਲਾਭ ਹੈ? ਅਖੀਰ ਚਲੇ ਜਾਣਾ ਹੈ, ਮੈਂ ਘਰ ਰਵਾਂਗਾ ਵੀ ਤਾਂ ਕੀ ਫਰਕ ਪੈਣਾ? ਲੋੜ ਇਹ ਹੈ ਕਿ ਆਪਣੀ ਮੱਤ ਨੂੰ ਬਦਲਿਆ ਜਾਏ, ਆਪਣੀ ਅਕਲ ਨੂੰ ਬਦਲਿਆ ਜਾਏ। ਇਹਨੂੰ ਮੋਹ ਮਮਤਾ ਦੀ ਨਦੀ ਵਿੱਚ ਨਾ ਰੋੜੋ ਭਾਈ, ਇਹਨੂੰ ਗਿਆਨ ਦਿਓ ਤਾਂ ਕਿ ਇਹਨੂੰ ਗੁਰੂ ਵਾਲੇ ਪਾਸੇ ਪ੍ਰੇਰਿਆ ਜਾ ਸਕੇ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਕੱਲ 11 ਵਜੇ ਡਾਇਗਨੋਜ਼ ਸੈਂਟਰ ਆਰੰਭ ਹੋਣਾ ਹੈ। MRI, CT ਸਕੈਨ, ਅਲਟਰਾਸਾਊਂਡ, ਇਹ ਸਾਰੇ ਐਕਸਰੇ ਮਸ਼ੀਨਾਂ ਆਰੰਭ ਹੋਣੀਆਂ ਨੇ। ਆਪ ਜੀ ਸਵੇਰੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਸਮਾਗਮ ਹੈ। 11 ਵਜੇ ਅਰਦਾਸ ਹੋਵੇਗੀ। ਆਪ ਜੀ ਜ਼ਰੂਰ ਆ ਕੇ ਦਰਸ਼ਨ ਕਰੋ, ਅਰਦਾਸ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।